गुर सेविय अहनिस सहज सुभाय। दर्शन परसय गुरु कै जन्म मरण दुख जाए। वाहिगुरु साहिब जीओ। श्लोक महला पहला। राति काल कटै दिन काल, छिजै काया होए पराल। राति काल कटै दिन काल, छिजै काया होए पराल। वरतन वरत्या सर्ब जंजाल, भुलिया चुक गया तप ताल। अंधा झख झख पया झेर, पिछै रोवह लियावह फेर। बिन बूझे किश सूझै नाही, माया रोहे रोंदे मर जाही। नानक खसमै एवै भावै, सेई मोए जिन चित्त न आवै। महला पहला। मुआ प्यार प्रीत मुई, मुआ वैरवादी। वन गया रूप विनसया, दुखी देह रुली। कित्थों आया कह गया, किहो ना सीओ किहो सी। मनमुख गल्लां गोईयां, कीता चाओ रली। नानक सच्चे नाम बिन, सिर खुर पत पाटी। पौड़ी। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਅੰਤੇ ਹੋਏ ਸਖਾਈ। ਵਾਹਿਗੁਰੂ ਜਗਤ ਬਹੁਰਾਨਾ, ਨਾਵੈ ਸਾਰ ਨ ਪਾਈ। ਸਤਿਗੁਰ ਸੇਵਹਿ ਸੇ ਪ੍ਰਵਾਨ, ਜਿਨ ਜੋਤੀ ਜੋਤ ਮਿਲਾਈ। ਸੋ ਸਾਹਿਬ ਸੋ ਸੇਵਕ ਤੇਹਾ, ਜਿਸ ਭਾਣਾ ਮਨ ਵਸਾਈ। ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ। ਵਿਖਿਆ ਕਦੇ ਹੀ ਰੱਜੈ ਨਾਹੀਂ, ਮੂਰਖ ਭੁੱਖ ਨਾ ਜਾਈ। ਦੂਜੈ ਸਭ ਕੋ ਲਗ ਵਿਗੁਤਾ, ਬਿਨ ਸਤਿਗੁਰ ਬੂਝ ਨਾ ਪਾਈ। ਸਤਿਗੁਰ ਸੇਵੇ ਸੋ ਸੁਖ ਪਾਏ, ਜਿਸਨੂੰ ਕਿਰਪਾ ਕਰੇ ਰਜਾਈ। ਦੂਜੈ ਸਭ ਕੋ ਲਗ ਵਿਗੁਤਾ, ਬਿਨ ਸਤਿਗੁਰ ਬੂਝ ਨਾ ਪਾਈ। ਵਿਖਿਆ ਕਦੇ ਹੀ ਰੱਜੈ ਨਾਹੀਂ, ਮੂਰਖ ਭੁੱਖ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜੋਤ। ਗੁਰਤਾ ਗੱਦੀ 'ਤੇ ਬਿਰਾਜਮਾਨ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹਾਜ਼ਰੀਆਂ ਲਵਾ ਰਹੇ ਗੁਰੂ ਸਵਾਰੇ ਖਾਲਸਾ ਜੀ, ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਆਪ ਜੀ ਬਰਦੋ ਆਲਮ ਸ਼ਾਹ ਬਾਦਸ਼ਾਹ ਦਰਵੇਸ਼ ਹਕਰਾ ਗੰਜੂਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਬੜੇ ਹੀ ਪ੍ਰੇਮ ਅਤੇ ਸਤਿਕਾਰ ਦੇ ਨਾਲ ਆਪ ਜੀ ਨੇ ਇਲਾਹੀ ਅਕਾਲੀ ਅੰਮ੍ਰਿਤਮਈ ਪਾਵਨ ਗੁਰਬਾਣੀ ਆਸਾ ਕੀ ਵਾਰ ਦਾ ਅੰਮ੍ਰਿਤਮਈ ਕੀਰਤਨ ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਸਰਵਣ ਕੀਤਾ ਹੈ। ਇਸ ਵਕਤ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਸ਼ਬਦ ਵਿਚਾਰ ਕਥਾ ਦਾ ਸਮਾਂ ਹੋ ਰਿਹਾ ਹੈ।
ਆਪ ਜੀ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਦੀ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰਨ ਲਈ ਉਚੇਚਾ ਪਹੁੰਚਦੇ ਹੋ, ਵਡਭਾਗੇ ਹੋ। ਹੁਣੇ ਜੋ ਸ਼ਬਦ ਆਪਨੇ ਸੁਣਿਆ ਹੈ, ਇਹ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 1287 ਅੰਗ ਉੱਤੇ ਸੁਭਾਇਮਾਨ ਹੈ। ਮਲਾਰ ਰਾਗ ਦੇ ਅੰਦਰ ਮਲਾਰ ਕੀ ਵਾਰ ਚੱਲ ਰਹੀ ਹੈ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮਲਾਰ ਕੀ ਵਾਰ ਦੀ 20ਵੀਂ ਪੌੜੀ ਅਤੇ ਉਸ ਦੇ ਸ਼ਲੋਕਾਂ ਦੀ ਵਿਚਾਰ ਅਸੀਂ ਅੱਜ ਸੁਣਨੀ ਹੈ। ਗੁਰੂ ਸਾਹਿਬ ਦੇ ਅੱਗੇ ਸਿਰ ਝੁਕਾਈਏ, ਬੇਨਤੀ ਕਰੀਏ, ਪਾਤਸ਼ਾਹ ਜੀ ਕਿਰਪਾ ਕਰੋ, ਆਪਣੀ ਇਲਾਹੀ ਗੁਰਬਾਣੀ ਦੀ ਸ਼ਬਦ ਵਿਚਾਰ ਸਾਡੇ ਹਿਰਦੇ ਵਿੱਚ ਵਸਾਓ ਅਤੇ ਸਾਡੇ ਉੱਤੇ ਕਿਰਪਾ ਕਰੋ ਤਾਂ ਕਿ ਪਾਵਨ ਬਾਣੀ ਨੂੰ ਸੁਣ ਕੇ ਮਨ ਵਿੱਚ ਵਸਾ ਲਈਏ। ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਹੈ, ਉਹਨਾਂ ਦੀ ਰਸਨਾ ਤੋਂ ਉਚਾਰਨ ਹੋਈ ਹੈ। ਰਾਤੀ ਕਾਲ ਘਟੈ ਦਿਨ ਕਾਲ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਦੀ ਆਰੰਭਤਾ ਕਰ ਰਹੇ ਹਨ। ਰਾਤੀ ਕਾਲ ਘਟੈ ਦਿਨ ਕਾਲ। ਕਾਲ ਮੌਤ ਨੂੰ ਵੀ ਕਹਿ ਦਿੰਦੇ ਆ, ਕਾਲ ਸਮੇਂ ਨੂੰ ਵੀ ਕਹਿ ਦਿੰਦੇ ਆ, ਕਾਲ ਕਲਪਨਾ ਨੂੰ ਵੀ ਕਹਿ ਦਿੰਦੇ ਆ, ਬੜੇ ਸਾਰੇ ਕਾਲ ਦੇ ਅਰਥ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਰਾਤੀ ਕਾਲ, ਰਾਤ ਦੇ ਸਮੇਂ ਵੀ ਸਿਰ 'ਤੇ ਮੌਤ ਖੜ੍ਹੀ ਹੈ। ਰਾਤ ਲੰਘਦੀ ਤਾਂ ਵੀ ਟਾਈਮ ਲੰਘ ਗਿਆ, ਬੀਤ ਗਿਆ ਸਮਾਂ। ਘਟੈ ਦਿਨ ਕਾਲ, ਜਿਹੜਾ ਦਿਨ ਲੰਘਦਾ ਹੈ ਉਹ ਵੀ ਸਾਧ ਸੰਗਤ ਜੀ ਜ਼ਿੰਦਗੀ ਦੇ ਵਿੱਚੋਂ, ਜ਼ਿੰਦਗੀ ਦੇ ਸਮੇਂ ਦੇ ਵਿੱਚੋਂ ਸਮਾਂ ਘਟਦਾ ਜਾਂਦਾ। ਬਾਬਾ ਫਰੀਦ ਜੀ ਕਹਿੰਦੇ ਜੋ ਜੋ ਵੰਝੈ ਡੀਹੜਾ ਸੋ ਉਮਰ ਹੱਥ ਪਵਨ। ਡੀਹੜਾ ਕਹਿੰਦੇ ਦਿਨ ਨੂੰ, ਦਿਹਾੜਾ ਕਹਿੰਦੇ ਜਿਹੜੀ ਦਿਹਾੜੀ ਲੰਘ ਗਈ, ਉਮਰ ਦੇ ਹੱਥ ਪੈ ਰਹੇ, ਅੱਗੇ ਅੱਗੇ ਵੱਧਦਾ ਜਾ ਰਿਹਾ ਸਮਾਂ। ਰਾਤੀ ਕਾਲ, ਰਾਤ ਵੀ ਲੰਘ ਗਈ, ਉਹ ਵੀ ਜ਼ਿੰਦਗੀ ਦੇ ਸਮੇਂ 'ਚੋਂ ਘਟ ਗਈ। ਘਟੈ ਦਿਨ ਕਾਲ, ਦਿਨ ਜਿਹੜਾ ਘਟਦਾ ਹੈ ਸਾਧ ਸੰਗਤ, ਉਹ ਵੀ ਘਟ ਰਿਹਾ ਹੈ। ਬਾਬਾ ਕਬੀਰ ਜੀ ਤੇ ਪਾਵਨ ਬਾਣੀ ਵਿੱਚ ਬੜਾ ਸਾਰਥਕ ਵਰਚਨ ਕਰਦੇ ਹੋਏ ਸਮਝਾਉਂਦੇ। ਕਮਾਈ ਨੂੰ ਕਹਿੰਦੇ ਮਾਈ ਖੁਸ਼ੀਆਂ ਮਨਾ ਰਹੀ, ਮੇਰਾ ਪੁੱਤ ਵੱਡਾ ਹੋ ਗਿਆ, ਮੇਰਾ ਪੁੱਤ ਵੱਡਾ ਹੋ ਗਿਆ। ਬਾਬਾ ਕਬੀਰ ਜੀ ਕਹਿੰਦੇ ਮਾਈ ਵੱਡਾ ਨਹੀਂ ਹੋਇਆ, ਘੱਟ ਛੋਟਾ ਹੋ ਗਿਆ ਹੈ। ਕਹਿੰਦੀ ਉਹ ਕਿੱਦਾਂ? ਕਹਿੰਦੇ ਜੇ ਤੂੰ ਕਹਿਨੀ ਹੈ ਅੱਜ 25 ਸਾਲਾਂ ਦਾ ਹੋ ਗਿਆ, ਵੱਡਾ ਹੋ ਗਿਆ, ਵੱਡਾ ਨਹੀਂ ਹੋਇਆ। ਜੇ ਇਹਦੀ ਉਮਰ 50 ਦੀ ਸੀ ਅਤੇ 25 ਖਾ ਗਿਆ, 25 ਹੋ ਰਹਿ ਗਏ ਪਿੱਛੇ, ਘਟ ਗਿਆ। ਇਸ ਕਰਕੇ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਕਹਿੰਦੇ ਰਾਤੀ ਕਾਲ ਘਟੈ ਦਿਨ ਕਾਲ, ਦਿਨੇ ਵੀ ਕਾਲ ਮੌਤ ਵੱਲ ਨੂੰ ਵੱਧ ਰਿਹਾ, ਰਾਤ ਵੀ। ਛਿਜੈ ਕਾਇਆ ਹੋਏ ਪਰਾਲ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਾਇਆ ਜਿਹੜੀ ਦੇਹੀ ਹੈ, ਜਿਹੜਾ ਸਰੀਰ ਹੈ, ਛਿਜਦਾ ਜਾ ਰਿਹਾ ਹੈ, ਖੀਣ ਹੁੰਦਾ ਜਾ ਰਿਹਾ, ਕਮਜ਼ੋਰ ਹੁੰਦਾ ਜਾ ਰਿਹਾ। ਹਰ ਦਿਨ ਸੰਭਾਵਨਾ ਘਟਦੀ ਜਾਂਦੀ ਹੈ। ਐਨ ਪੂਰੀ ਜੋਵਨ ਵੀ ਹੋਵੇ ਉਸ ਤੋਂ ਬਾਅਦ ਵੀ ਘਟਣਾ ਹੀ ਹੈ। ਸੋਹਣੇ ਸੋਹਣੇ ਨੇਤਰ, ਸੋਹਣੀਆਂ ਸੋਹਣੀਆਂ ਇਹ ਬਾਹਾਂ, ਸੋਹਣੇ ਸੋਹਣੇ ਕੰਨ, ਸੋਹਣੇ ਸੋਹਣੇ ਦੰਦ, ਸਭ ਸਾਥ ਛੱਡ ਜਾਣਗੇ। ਬਾਬਾ ਫਰੀਦ ਜੀ ਬਾਣੀ ਵਿੱਚ ਕਹਿੰਦੇ ਫਰੀਦਾ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਕਹਿੰਦੇ ਚੱਬਣ ਵਾਲੇ ਦੰਦ, ਚੱਲਣ ਵਾਲੀਆਂ ਲੱਤਾਂ, ਚੱਬਣ ਚੱਲਣ ਰਤਨ, ਰਤਨਾਂ ਵਰਗੇ ਨੇਤਰ, ਅੱਖਾਂ,
ਸੇ ਸੁਣੀਅਰ ਹੁੰਦੇ ਕੰਨ। ਕਹਿੰਦੇ ਸੇ ਸੁਣੀਅਰ ਬਹਿ ਗਏ, ਇਹ ਸੁਣੀਅਰ ਕੰਨਾਂ ਨੇ ਵੀ ਬਹਿ ਜਾਣਾ, ਦਬ ਜਾਣਾ। ਕੋਈ ਉੱਚੀ ਉੱਚੀ ਆਵਾਜ਼ਾਂ ਮਾਰੇਗਾ ਤਾਂ ਕਿਤੇ ਜਾ ਕੇ ਗੱਲ ਸੁਣੇਗੀ। ਜਿਹੜਾ ਹੁਣ ਕੰਧ ਦੇ ਪਾਰ ਵੀ ਸੁਣ ਲੈਂਦਾ ਨਾ, ਮਹਾਰਾਜ ਕਹਿੰਦੇ ਇਹਨੂੰ ਸੁਣਨਾ ਨਹੀਂ। ਹੇੜੇ ਮੁੱਤੀ ਧਾ, ਹਿਰਦੇ 'ਚੋਂ ਧਾਰ ਨਿਕਲਣੀ ਹੈ। ਸੇ ਜਾਨੀ ਚੱਲ ਗਏ, ਜਾਨੀ ਜਿਹੜੇ ਤੇਰੇ ਨਾਲ ਸਾਥ ਜੰਮੇ ਸੀ ਨਾ, ਨੇਤਰ ਦੰਦ ਜਨਮ ਤੋਂ ਬਾਅਦ ਮਿਲ ਗਏ, ਸਾਰੀ ਜ਼ਿੰਦਗੀ ਸਾਥ ਨਿਭਾਇਆ, ਸਭ ਸਾਥ ਛੱਡ ਜਾਂਦੇ ਹੈ। ਇਸ ਲਈ ਛਿਜੈ ਕਾਇਆ, ਕਾਇਆ ਇਹ ਛਿਜਦੀ ਹੈ, ਹਰ ਰੋਜ਼ ਘਟੀ ਜਾਂਦੀ ਹੈ, ਪੁਰਾਣੀ ਹੋਈ ਜਾਂਦੀ ਹੈ। ਸਰੀਰ ਦਾ ਸਾਧ ਸੰਗਤ ਜੀ ਇੱਕ ਸਮਾਂ ਵਧਣ ਦਾ। ਅਸੀਂ ਕਹਿੰਦੇ ਹਾਂ ਜੀ ਜਵਾਨੀ ਹੈ, ਜਵਾਨੀ ਤੋਂ ਬਾਅਦ ਫਿਰ ਬਈ ਬਾਣੀ 'ਚ ਤਾਂ ਲਿਖਿਆ 40 ਸਾਲ ਜਦੋਂ ਹੋ ਗਏ, 40 ਤੋਂ ਬਾਅਦ ਫਿਰ ਵੱਧ ਨਹੀਂ ਸਕਦਾ। 40 ਸੀ ਪੁਰ ਹੋਏ 85 ਪੱਗ ਖਿਸੈ। 40 ਸਾਲ ਤੱਕ ਖਾਧਾ ਪੀਤਾ, ਮਾੜਾ ਮੋਟਾ ਲੱਗੀ ਲੁੱਗੀ ਜਾਂਦਾ, ਦਵਾਈਆਂ ਦਵੂਈਆਂ ਵੀ ਕੰਮ ਦੇਈ ਜਾਂਦੀਆਂ, ਘੀ ਘੂ ਵੀ ਖਾਧੇ, ਹੋਰ ਵੀ ਖਾਧੇ, ਕੰਮ ਦੇਈ ਜਾਂਦੇ। ਜਦੋਂ 40 ਤੋਂ ਬਾਅਦ 41ਵੇਂ ਤੱਕ, 41ਵੇਂ 'ਚ ਪੈਰ ਪੈ ਗਿਆ ਨਾ, 50 40 ਤੋਂ 50 ਵਾਲਾ ਜਿਹੜਾ, ਕਹਿੰਦੇ ਫਿਰ ਪੈਰ ਖਿਸਕੂਗਾ ਥੱਲੇ ਨੂੰ। 40 ਸੀ ਪੁਰ ਹੋਏ 85 ਪੱਗ ਖਿਸੈ, 60 ਕੇ ਬੁਢੇਪਾ ਆਵੈ। ਕਈਆਂ ਦੇ ਅੱਜ ਦੇ ਸਮੇਂ ਦਾ ਤਾਂ ਸਰੀਰ ਇਸ ਤਰ੍ਹਾਂ ਦਾ ਹੋਇਆ ਪਿਆ ਸਾਧ ਸੰਗਤ, ਜਵਾਨੀ 30-32 ਸਾਲ ਦਾ ਜਵਾਨ ਉਮਰ ਜਿਹਨੂੰ ਅਸੀਂ ਮੰਨਦੇ ਹਾਂ, ਇਹਨਾਂ ਉਮਰਾਂ ਦੇ ਵਿੱਚ ਵੀ ਕੋਈ ਚੀਜ਼ ਥੋੜ੍ਹਾ ਇਹ ਹਜ਼ਮ ਕਰ ਸਕਦੇ ਆ, ਕੋਈ ਖਾ ਸਕਦੇ ਆ। ਜ਼ਿਆਦਾਤਰ ਸਰੀਰ ਕਮਜ਼ੋਰ ਹੋ ਰਹੇ। ਦਰਅਸਲ ਸਰੀਰ ਛਿਜੈ ਕਾਇਆ ਹੋਏ ਪਰਾਲ, ਦੋ ਤਰੀਕਿਆਂ ਨਾਲ ਸਰੀਰ ਘਟਦਾ ਹੈ। ਇੱਕ ਤਾਂ ਉਮਰ ਨਾਲ ਇਹਨੇ ਘਟਣਾ ਹੁੰਦਾ, ਇਹ ਘਟਦਾ। ਦੂਜਾ ਇਹ ਸਰੀਰ ਦੀ ਜਿਹੜੀ ਖੁਰਾਕ ਹੈ ਇਹਨੂੰ ਗਲਤ ਮਿਲਣ ਲੱਗ ਜਾਏ ਤਾਂ ਘਟਣ ਲੱਗ ਜਾਂਦਾ। ਅਤੇ ਮਹਾਰਾਜ ਕਹਿੰਦੇ ਛਿਜਦੀ ਹੈ, ਕਿਵੇਂ ਜੋ ਮਰਜ਼ੀ ਕਰ ਲੈ, ਅੰਤ ਨੂੰ ਇੱਕ ਨਾ ਇੱਕ ਦਿਨ ਇਸ ਦੇਹੀ ਨੇ ਸਾਥ ਛੱਡਣਾ। ਕਮਜ਼ੋਰ ਹੋ ਰਹੀ ਹੋਏ ਪਰਾਲੀ ਹੁੰਦੀ, ਘਾਹ ਫੂਸ ਜਿਹਾ ਹੁੰਦਾ ਜਿਹੜਾ ਆਪਾਂ ਪਰਾਲੀ ਕੱਢ ਲੈਂਦੇ ਝਾੜ ਕੇ, ਝੋਨਿਆਂ ਨੂੰ ਪਿੱਛੋਂ ਬਚ ਜਾਂਦਾ ਜੋ। ਮਹਾਰਾਜ ਕਹਿੰਦੇ ਜਿਵੇਂ ਉਹ ਪਰਾਲੀ ਜਿਹੀ ਉੱਡ ਜਾਂਦੀ ਆ, ਇੱਦਾਂ ਹੀ ਬਸ ਇਹਨੇ ਦੇਹੀ ਨੇ ਰਹਿ ਜਾਣਾ। ਵਰਤਣ ਵਰਤਿਆ ਸਰਬ ਜੰਜਾਲ, ਜੋ ਤੂੰ ਵਰਤਿਆ ਹੈ ਵਰਤਣ ਦੇ ਲਈ ਸਮਾਨ, ਸਰਬ ਜੰਜਾਲ। ਗੁਰੂ ਜੀ ਕਹਿੰਦੇ ਸਾਰਾ ਕੁਝ ਜੰਜਾਲ ਹੈ ਤੇਰੇ ਲਈ, ਤੇਰੀ ਜਿੰਦ ਦੇ ਲਈ ਇਹ ਝਗੜਾ ਹੀ ਬਣ ਗਿਆ। ਮਹਾਰਾਜ ਕਹਿੰਦੇ ਜਾਲ ਬਣ ਗਿਆ ਇਹ ਜਿਉ ਤੂੰ ਵਰਤਿਆ ਹੈ ਵਰਤਣ ਦੇ ਲਈ ਸਮਾਨ, ਵਰਤੋਂ ਵਿਹਾਰ ਵਿੱਚ ਜੋ ਕੁਝ ਕੀਤਾ ਹੈ, ਕਹਿੰਦੇ ਜੰਜਾਲ ਹੈ। ਭੁੱਲਿਆ ਚੁੱਕ ਗਿਆ ਤਪਤਾਲ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭੁੱਲਿਆ ਚੁੱਕ ਗਿਆ ਤਪਤਾਲ। ਇਹਦੇ ਵਿੱਚ ਐਸਾ ਭੁੱਲਿਆ, ਐਸੀ ਘੁੰਮਣ ਘੇਰੀ ਵਿੱਚ ਫਸਿਆ ਕਿ ਬਸ ਇੱਕ ਵਾਰ ਥੋੜ੍ਹਾ ਜਿਹਾ ਭੁਲੇਖਾ ਪੈ ਗਿਆ ਅਤੇ ਚੁੱਕ ਗਿਆ ਕੰਮ। ਇੱਕ ਵਾਰ ਕਿਤੇ ਤੁਰਦਿਆਂ ਥੋੜ੍ਹਾ ਜਿਹਾ ਕਦਮ ਇੱਕ ਗਲਤ ਪੁੱਟ ਲਈਏ ਅਤੇ ਫਿਰ ਸਾਧ ਸੰਗਤ ਜੀ ਬੰਦਾ ਪਤਾ ਨਹੀਂ ਕਿੱਥੇ ਜਾ ਕੇ ਨਿਕਲਦਾ, ਚੁੱਕ ਜਾਂਦਾ ਨਿਸ਼ਾਨੇ ਤੋਂ, ਮੰਜ਼ਿਲ ਤੋਂ। ਅਤੇ ਮਹਾਰਾਜ ਕਹਿੰਦੇ ਤਪ ਕਰਨ ਦਾ ਤਾਲ, ਜ਼ਿੰਦਗੀ ਦੀ ਜਿਹੜੀ ਜੁਗਤ ਸੀ ਉਹ ਤੋਂ ਖੁੰਝ ਗਿਆ। ਬਸ ਤਪ ਵਾਲੀ ਜੁਗਤੀ ਜੋ ਆਪਣੇ ਸਰੀਰ ਦੇ ਵਿੱਚ ਰਹਿੰਦਿਆਂ ਪਰਮੇਸ਼ਰ ਵੱਲ ਨੂੰ ਤੁਰਨਾ ਸੀ, ਅੱਗੇ ਨੂੰ ਗੁਰੂ ਦੀ ਸੇਵਾ ਰੂਪੀ ਤਪ ਕਰਨਾ ਸੀ। ਮਹਾਰਾਜ ਕਹਿੰਦੇ ਇੱਕ ਵਾਰ ਭੁਲੇਖੇ ਵਿੱਚ ਆਇਆ, ਬਸ ਚੁੱਕ ਗਿਆ, ਪੈਰ ਖੜ੍ਹਦੇ ਹੀ ਨਹੀਂ, ਬਸ ਮੰਜ਼ਿਲ ਆਉਂਦੀ ਨਹੀਂ। ਜ਼ਿੰਦਗੀ ਦੀ ਮੰਜ਼ਿਲ ਇਹਦੀ ਸਰੀਰ ਦੀ ਮੰਜ਼ਿਲ ਆ ਜਾਂਦੀ ਸ਼ਮਸ਼ਾਨ ਭੂਮੀ, ਪਰ ਮਨ ਦੀ ਮੰਜ਼ਿਲ ਨਹੀਂ ਆਉਂਦੀ ਜਿੱਥੇ ਇਹਨੂੰ ਜਾ ਕੇ ਵਿਸ਼ਰਾਮ ਮਿਲਣਾ ਹੁੰਦਾ। ਮਹਾਰਾਜ ਕਹਿੰਦੇ ਉਹ ਗੁਰੂ ਦੀ ਸੇਵਾ, ਗੁਰੂ ਦੇ ਦੱਸੇ ਸਿਮਰਨ, ਤਪ ਦੀ ਜੁਗਤ ਨਾਲ ਮਿਲਣਾ ਸੀ,
पर वो भुल ही गया, किते रह ही गया, गवाच गया सब कुछ। अंधा झाख झाख पया झेर। सतगुरु गुरु नानक देव जी कह रहे ने, कहते अंधा, ये अंधा बंदा अज्ञानी इंसान, अखां ते सारियां दे लगभग है, परमात्मा ने दित्तियां ने, फिर अंधा क्यों कहा महाराज ने? अंधा इसलिए है कि ये अखां तो काम ही नहीं लिया वो जिहड़ा लैना सी, इन्हां दा कोई बहुता फायदा नहीं होया तैनूं। ये नेत्र तो तेरे कोल है ही है, पर एक नेत्र अंदरले भी सुरत दे है, बुद्धि दे अंदर है, बैराग विवेक दे नेत्र हन, जिहड़े तू सारी जिंदगी खोले ही नहीं, बंदे रखे। वो नेत्र खुलने सी गुरु दे ज्ञान दे सुरमे नाल। ज्ञान अंजन गुर दिया, अज्ञान अंधेर विनाश। बाहर ते चानना है, बाहरलियां अखां तेरियां काम करदियां, पर अंदर अंदर नहीं खुलिया। अंदर भी चानन होना सी, पर बाबा जी कहंदे बाहर दिसा चानना, दिल अंधियारी रात। बाबा फरीद जी, बाहर ते चानना दिसदा इस बंदे दे, पर अंदरला चानन नहीं कोई होया। अंदर हनेरा है, अखां बंद कीतियां, अंदर झगड़े, अंदर परेशानियां ने, अंदर नफरत है, अंदर ईर्खा है, अंदर वैर है, अंदर विरोध है। इस करके महाराज कहंदे अंधा झाख झाख पया झेर। झक्खां मारी जांदा, झख झख किड्डा, किसी नूं कह के देखो झख मारदा, अगला तुहाडे गल ना पै जे तां। पर महाराज कहंदे सच ही है, गल पई जा अगले दे, लड़ी जा लोकां नाल, भी मैं तो बड़ा जी सत्कारयोग हाँ जी, मैं तो बड़ी उच्ची पदवी वाला जी, अहुदे वाला जी, उच्चे मरातबे वाला जी, उच्चे घर वाला जी। महाराज कहंदे कुछ मर्जी है, झक्खा ही मारदा तो सिर्फ झक्खा ने। अंधा झख झख पया झेर, कहंदे झक्खा मार मार के झेर की झगड़े च पिया होया, बस कुछ भी इनू समझ नहीं। झेर कहंदे झगड़े नूं। गुरु जी कहंदे जिंदगी नूं झगड़ा पा रखिया ने, इहा जिहा झगड़ा जिहड़ा मुक नहीं सकदा। झगड़ा मुकाऊगा तो गुरु, पर इनू झगड़ा प्यारा लगन लग गया, झगड़ालू हो गया, झक्खा मारदा ते लम्मे झगड़े च पै गया, इवें ही मर जूगा। महाराज कहंदे पिछै रोवै लियावै फिर, जदों मर गया आही कुछ लैके जाएगा। महाराज कहंदे पिछै रोवै, पिछले रोणगे उच्ची उच्ची, लियावै फिर वो मोड़ मोड़ के लियाउणगे, कहणगे किसी ना किवें इहनूं लियाईए दोबारा, इहदे विच जान फूक दी दोबारा। कोई इदां दा मंत्र होवे, कोई इदां दा तंत्र होवे, कोई इदां दा जंत्र होवे जिहदे नाल इह जिंद फूक दईए। रोंदे आ उच्ची उच्ची भी लियाईए फिर, पर महाराज कहंदे बिन बूझे किछ सूझै नाही। पर बंदिया पिछलियां ने तो रोई जाना, इन्हां ने तो गल्लां करी जानियां, पर तेरी असलीयत ये है जिन्ना समा बिन बूझे तू होवै नापाक, जिन्ना चिर तू उहनूं जाणिया नहीं ना उन्ना चिर मैला है। ते बिन बूझे किश सूझै नाही, रब्बी दरगाह दे विच तैनूं कोई राह नहीं अगे दिसना। जिस मार्ग ते तैं जाना है ना, जिह मार्ग के गने जाहे ना कोसा। किलोमीटर मील गिणे नहीं जाने किन्ना क दूर राह है जित्थों तू लंघना। जिस राह दे उत्तों दी, मार्ग दे उत्तों दी परलोक विच तेरा गवन होना है। महाराज कहंदे संग ना साथी, गवन अकेला, कल्ले नूं ही जाना पैना। उत्थे कोई नहीं, ना भैन ना भाई, ना वैद ना दवाई, कोई नहीं, भैनों ना भाई, वैदों ना भाई। उत्थे तो हो सकता सी एको सहाई नाम है, हर का नाम ऊहा संग तोसा। तोसा पुराने वेलियां दे ये शब्द ने, जदों किसी राही ने, राहगीर ने, मुसाफिर ने जाना हुंदा किते दूर, उहनूं रस्ते दे विच घरों बन के दे दिंदे, आ खा ली, उहनूं तोसा कहंदे सी। माइयां ने कोई चूरी कुट के दे देनी, कोई होर चीज़ पा देनी,
ਸੁੱਕੀ ਖੁਰਾਕ ਪਾ ਦੇਣੀ, ਕੋਈ ਪੰਜੀਰੀ ਦੇ ਦੇਣੀ, ਕੋਈ ਹੋਰ, ਇਹ ਉਹਨੂੰ ਤੋਸਾ ਕਹਿੰਦੇ। ਖਰਾਬ ਨਾ ਹੋਵੇ ਜਿਹੜਾ ਇੱਦਾਂ ਦਾ। ਮਹਾਰਾਜ ਕਹਿੰਦੇ ਹਰੀ ਦੇ ਨਾਮ ਦਾ ਤੋਸਾ ਸੀ, ਉਹ ਤੇਰੇ ਕੋਲ ਹੈ ਨਹੀਂ, ਅਤੇ ਫਿਰ ਹੁਣ ਤੈਨੂੰ ਦਿਖਣਾ ਥੋੜ੍ਹਾ ਕੁਛ। ਅੱਗੇ ਇਹ ਸਾਰੀ ਜ਼ਿੰਦਗੀ ਹਨੇਰੇ 'ਚ ਕੱਟਤੀ, ਅੱਖਾਂ ਖੁੱਲ੍ਹੀਆਂ ਨੇ ਪਰ ਟੱਕਰਾਂ ਮਾਰਦਾ ਫਿਰਦਾ। ਹੈ ਹੈਰਾਨੀ ਦੀ ਗੱਲ, ਅੱਖਾਂ ਖੁੱਲ੍ਹੀਆਂ ਮਾਰਦਾ ਫਿਰਦਾ ਟੱਕਰਾਂ। ਹੈ ਅੱਖਾਂ, ਨਜ਼ਰ ਤਕੜੀ ਹੈ, ਚਸ਼ਮੇ ਤਰ੍ਹਾਂ ਤਰ੍ਹਾਂ ਦੇ ਲਾਈ ਫਿਰਦਾ, ਲੈਂਜ ਵੀ ਪਵਾ ਲੇ, ਪਰ ਮਹਾਰਾਜ ਕਹਿੰਦੇ ਮਾਰੀਆਂ ਟੱਕਰਾਂ ਸਾਰੀ ਜ਼ਿੰਦਗੀ। ਕਦੇ ਕਿਸੇ ਨਾਲ ਭਿੜ ਪਿਆ, ਕਦੇ ਕਿਸੇ ਨਾਲ ਭਿੜ ਪਿਆ। ਭਿੜਨਾ ਹੀ ਹੈ, ਝਗੜੇ ਜਿਹੜੇ ਸਿਰ ਮਾਰਨਾ ਹੀ ਹੈ ਇੱਕ ਦੂਜੇ ਨਾਲ, ਹੋਰ ਕੀ ਹੈ, ਬਿਨਾਂ ਮਤਲਬ ਤੋਂ। ਮਹਾਰਾਜ ਕਹਿੰਦੇ ਬਿਨ ਬੂਝੇ ਕਿਛ ਸੂਝੈ ਨਾਹੀਂ। ਜਿੰਨਾ ਸਮਾਂ ਪਿਆਰਿਆ ਤੈਨੂੰ ਗੱਲ ਦੀ, ਤੇਰੀ ਬੁਝਾਰਤ ਹਜੇ ਸੁਲਝੀ ਨਹੀਂ ਨਾ, ਬੁੱਝਿਆ ਨਹੀਂ ਤੂੰ ਗੱਲ ਨੂੰ, ਪਰਮਾਤਮਾ ਦੇ ਭੇਦ ਨੂੰ, ਉਹ ਗੁਥਲੀ ਸੁਲਝੀ ਨਹੀਂ। ਕਹਿੰਦੇ ਕਿਛ ਸੂਝੈ ਨਾਹੀਂ, ਅੱਗੇ ਤੈਨੂੰ ਕੁਝ ਵੀ ਸਮਝ ਨਹੀਂ ਆਉਣੀ, ਕੋਈ ਸੋਝੀ ਨਹੀਂ ਤੈਨੂੰ ਆਉਣੀ। ਮੋਇਆ ਰੋਹੇ ਰੋਂਦੇ ਮਰ ਜਾਹੀਂ, ਮਰੇ ਨੂੰ ਰੋਂਦੇ ਆ। ਮੋਇਆ ਰੋਹੇ, ਪਿਛਲਿਆਂ ਦੀ ਗੱਲ, ਇਹ ਰੋਈ ਜਾਣਗੇ, ਰੋਂਦੇ ਮਰ ਜਾਹੀਂ, ਰੋਣ ਵਾਲੇ ਵੀ ਮਰਨਗੇ ਆਖਰ ਨੂੰ, ਇੱਕ ਦਿਨ ਇਹਨਾਂ ਦਾ ਵੀ ਆਉਣਾ। ਜਿਹੜੇ ਗਏ ਉਹ ਤਾਂ ਚੱਲ ਗਏ, ਜਿਹੜੇ ਪਿੱਛੇ ਰਹਿ ਗਏ ਉਹ ਵੀ ਤਾਂ ਲੱਕ ਬੰਨ੍ਹੀ ਖੜੇ ਆ, ਉਹਨਾਂ ਨੇ ਵੀ ਤਾਂ ਚੱਲਣਾ, ਉਹ ਕਿਹੜਾ ਇੱਥੇ ਰਹਿ ਜਾਣਗੇ, ਉਹਨਾਂ ਨੇ ਵੀ ਜਾਣਾ। ਮਹਾਰਾਜ ਕਹਿੰਦੇ ਹਨ ਨਾਨਕ ਖਸਮੈ ਇਹ ਵੈ ਭਾਵੈ। ਫਿਰ ਮਹਾਰਾਜ ਹੁਣ ਤਰਸ ਕਰ ਰਹੇ, ਕਹਿੰਦੇ ਖਸਮ ਨੂੰ ਦੱਸੀਏ ਤੁਹਾਨੂੰ ਕੀ ਪਾਉਂਦਾ, ਖਸਮ ਦੇ ਭਾਣੇ ਵਿੱਚ ਕਿਹੜੀ ਚੀਜ਼ ਆ, ਉਹਨੂੰ ਕਿਹੜੀ ਚੀਜ਼ ਚੰਗੀ ਲੱਗਦੀ, ਕਿਹੜੀ ਜੀ। ਕਹਿੰਦੇ ਸਈ ਮੂਏ ਜਿਨ ਚਿੱਤ ਨਾ ਆਵੈ। ਜਿਨ੍ਹਾਂ ਨੂੰ ਚਿੱਤ ਨਹੀਂ ਨਾ ਪਰਮਾਤਮਾ ਆਇਆ, ਉਹ ਮਰੇ ਗਏ ਸਮਝੋ, ਮੁਰਦੇ ਹੀ ਤੁਰੇ ਫਿਰਦੇ ਆ। ਲੱਗਦਾ ਜ਼ਰੂਰ ਹੈ ਹੱਡ ਮਾਸ ਨਾੜੀਆਂ ਨੇ, ਪਰ ਮਹਾਰਾਜ ਕਹਿੰਦੇ ਇਹ ਪਿੰਜਰ ਹੈ, ਬਸ ਇਕੱਲਾ ਤੁਰਿਆ ਫਿਰਦਾ। ਹਾੜ ਮਾਸ ਨਾੜੀ ਕੋ ਪਿੰਜਰ, ਇਹ ਪਿੰਜਰ ਹੈ। ਅਤੇ ਜਿਹੜਾ ਇਹਦੇ 'ਚ ਪੰਛੀ ਵੱਸਦਾ ਹੈ, ਉਹ ਪੰਛੀ ਨੇ ਆਪਣਾ ਆਲ੍ਹਣਾ ਲੱਭਿਆ ਹੀ ਨਹੀਂ, ਉੱਧਰ ਨੂੰ ਕੀਤੀ ਉਹ ਨਹੀਂ ਇਹਨੇ ਕੋਸ਼ਿਸ਼ ਜਾਣ ਦੀ, ਭਟਕਦਾ। ਮਹਾਰਾਜ ਕਹਿੰਦੇ ਹਨ, ਕਹਿੰਦੇ ਭਾਈ ਸਈ ਮੂਏ ਜਿਨ ਚਿੱਤ ਨਾ ਆਵੈ। ਅਸਲ ਮੌਤ ਉਹਨਾਂ ਦੀ ਹੈ, ਮਰ ਗਏ ਉਹ ਤੇ, ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਚਿੱਤ ਨਹੀਂ ਆਇਆ। ਜਿਨ੍ਹਾਂ ਨੂੰ ਚੇਤੇ ਆ ਗਿਆ ਉਹ ਆਹ ਸਰੀਰ ਛੱਡਣ ਤੋਂ ਬਾਅਦ ਵੀ ਜਿਉਂਦੇ ਆ, ਮਰੇ ਨਹੀਂ। ਉਹ ਦੁਨੀਆ ਮਰਦੀ ਹੈ ਪਰ ਸੰਤ ਨਹੀਂ ਮਰਦੇ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹੋ ਜਗਤ ਮੈਂ ਕਿਨ ਜਪਿਓ ਗੁਰਮੰਤ। ਉਹ ਥੋੜ੍ਹਾ ਮਰਦੇ, ਸਭ ਦੁਨੀਆ ਮਰਦੀ ਹੈ। ਮਹਾਰਾਜ ਕਹਿੰਦੇ ਉਹ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਸਈ ਮੂਏ, ਉਹ ਅਸਲ ਮੌਤ ਮਰ ਗਏ। ਇੱਥੇ ਜਿਉਂਦੇ ਜੀ ਅੱਖਾਂ ਖੁੱਲ੍ਹੀਆਂ ਨੇ, ਤੁਰੇ ਫਿਰਦੇ ਆ, ਪਰ ਮਹਾਰਾਜ ਕਹਿੰਦੇ ਮਰੇ ਹੋਏ ਆ ਉਹ ਲੋਕ। ਜਿਨ ਚਿੱਤ ਨਾ ਆਵੈ, ਜਿਨ੍ਹਾਂ ਨੂੰ ਭਾਈ ਪਰਮਾਤਮਾ ਦਾ ਨਾਮ ਚਿੱਤ ਹੀ ਨਹੀਂ ਆਇਆ, ਆਪਣਾ ਮਾਲਕ ਆਪਣਾ ਸਹੁ ਚੇਤੇ ਨਹੀਂ ਆਇਆ, ਉਹ ਮਰ ਗਏ। ਇੱਕ ਖਸਮ ਦਾ ਹੁਕਮ ਹੈ, ਉਹਦੇ ਭਾਣੇ 'ਚ ਇਹ ਗੱਲ, ਬਾਹਰ ਨਹੀਂ ਕਹਿ ਰਹੇ ਮਹਾਰਾਜ, ਉਹਦੇ ਹੁਕਮ ਤੋਂ ਬਾਹਰ ਹੀ ਨਹੀਂ ਇਹ ਗੱਲ ਕਹਿੰਦੇ, ਉਹਦੇ ਹੁਕਮ 'ਚ ਹੈ। ਖਸਮ ਨੂੰ ਇਹ ਗੱਲ ਭਾਉਂਦੀ ਹੈ ਵੀ ਜਿਹਨੂੰ ਨਾਮ ਵਿਸਰ ਗਿਆ ਮਰ ਗਿਆ ਸਮਝੋ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ। ਮੁਆ ਪਿਆਰ ਪ੍ਰੀਤ ਮੋਈ, ਮੁਆ ਵੈਰਵਾਦੀ। ਮੁਆ ਪਿਆਰ, ਕਿੰਨਾ ਬੰਦਾ ਪਿਆਰ 'ਚ ਜਿਉਂਦਾ ਹੈ, ਪ੍ਰੀਤ ਕਰਦਾ ਹੈ, ਕਈਆਂ ਨਾਲ ਵੈਰ ਪਾ ਲੈਂਦਾ, ਵਾਦੀ ਝਗੜੇ ਖੜੇ ਕਰਦਾ। ਜਿੱਦਣ ਮਰ ਗਿਆ ਮਹਾਰਾਜ ਕਹਿੰਦੇ ਉਦਣ ਸਭ ਪਿਆਰ ਮੁੱਕ ਜਾਣੇ। ਮੁਆ ਪਿਆਰ ਪ੍ਰੀਤ ਮੋਈ, ਪ੍ਰੀਤ ਗੂੜੀ ਤੋਂ ਗੂੜੀ ਪ੍ਰੀਤ ਵੀ ਮਰ ਜਾਂਦੀ ਆਖਰ। ਭਾਈ ਯਾਦਾਂ 'ਚ ਰਹਿ ਜਾਂਦਾ ਬੰਦਾ, ਕੀ ਕਰੂ, ਭੁੱਲ ਜਾਂਦੇ ਲੋਕ। ਪਹਿਲਾਂ ਜਿੱਦਣ ਮਰਦਾ ਹੈ ਉਦਣ ਥੋੜ੍ਹਾ ਜਿਹਾ ਹਫ਼ਤਾ 10 ਦਿਨ ਸੋਗ ਹੁੰਦਾ, ਮੁੜ ਕੇ ਉਹੀ ਲੋਕ ਹੱਸਦੇ ਆ ਖੇਡਦੇ ਆ। ਸਰਦਾ ਕਿਸੇ ਦਾ ਜੀ, ਹੱਸਣ ਖੇਡਣ ਬਿਨਾਂ, ਪਰਿਵਾਰ ਦੇ ਘਰ ਦੇ ਕੰਮ ਧੰਦੇ ਕੀਤੇ ਬਿਨਾਂ, ਬੱਚੇ ਆਉਂਦੇ ਵਿਆਹ ਕੀਤੇ ਬਿਨਾਂ, ਘਰਾਂ ਦੇ ਵਿੱਚ ਫਿਰ ਖੁਸ਼ੀਆਂ ਆ ਜਾਂਦੀਆਂ,
ਫਿਰ ਕਦੇ ਕਦੇ ਯਾਦ ਆਉਂਦਾ, ਮਾਂ ਨੂੰ ਯਾਦ ਆਉਂਦਾ ਕਦੇ ਕਦੇ। ਅੰਦਰ ਵਿਚਾਰੀ ਵੜ ਕੇ ਅੱਖਾਂ 'ਚ ਹੰਝੂ ਲੈ ਆਉਂਦੀ ਹੈ। ਉਹ ਵੀ ਬਾਹਰ ਨਹੀਂ ਕੱਢਦੀ ਵੀ ਦੂਜੇ ਨਾਲ ਕਿਤੇ ਉਦਾਸ ਹੋ ਜਾਣ, ਕਿਤੇ ਵਿਆਹ ਸ਼ਾਦੀ 'ਚ ਯਾਦ ਆ ਗਿਆ। ਫਿਰ ਪਹਿਲਾਂ ਫਰੰਟ 'ਤੇ ਫੋਟੋ ਲਾਈ ਹੁੰਦੀ, ਫਿਰ ਕਹਿੰਦੇ ਨਹੀਂ ਇਹਨੂੰ ਦੇਖ ਕੇ ਰੋਣਾ ਆ ਜਾਂਦਾ, ਅੰਦਰ ਰੱਖ ਲਓ। ਹੌਲੀ ਹੌਲੀ ਭੁੱਲ ਜਾਂਦਾ। ਇੱਕ ਪੀੜ੍ਹੀ ਅਗਲੀ ਕੌਣ ਸੀ ਇਹ? ਤੇਰਾ ਤਾਇਆ ਸੀ, ਤੇਰਾ ਚਾਚਾ ਸੀ, ਕੋਈ ਨਾ ਬਸ ਹੁਣ ਨਵੇਂ ਆ ਗਏ। ਮਹਾਰਾਜ ਕਹਿੰਦੇ ਸਭ ਮੁੱਕ ਜਾਣ ਵਾਲੀਆਂ ਖੇਡਾਂ, ਮੋਆ ਪਿਆਰ, ਪ੍ਰੀਤ ਮੁਈ। ਪਿਆਰ ਮਰ ਗਿਆ, ਪ੍ਰੀਤ ਮਰ ਗਈ, ਜਾਂ ਪਿਆਰ ਕਰਨ ਵਾਲੇ ਮਰ ਗਏ, ਪ੍ਰੀਤ ਕਰਨ ਵਾਲੇ ਵੀ ਮਰ ਜਾਂਦੇ ਆ। ਮੋਆ ਵੈਰ ਵਾਦੀ, ਜਿੱਦਣ ਇਹ ਵਾਦੀ ਝਗੜਾਲੂ ਮਰ ਗਿਆ ਉਦਣ ਵੈਰ ਵੀ ਮਰ ਗਿਆ। ਮਰਨ ਤੋਂ ਬਾਅਦ ਕਿਹਦੇ ਨਾਲ ਕੀ ਕੋਈ ਝਗੜੇ ਭਾਈ? ਇਹ ਜਿਉਂਦੇ ਜੀਓ ਪਿਆਰ ਪ੍ਰੀਤ ਵੈਰ ਵਾਦ ਤੂੰ ਪਾਏ ਹੋਏ ਆ ਭਾਈ ਪਿਆਰਿਆ। ਵੰਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ। ਕਹਿੰਦੇ ਵੰਨ ਗਿਆ ਰੂਪ ਵਿਣਸਿਆ, ਇਹ ਰੂਪ ਵਾਲੀ ਵੰਨ ਸਵੰਨੇ ਸੋਹਣੇ ਤੋਂ ਸੋਹਣੇ ਰੰਗ ਕੱਪੜੇ ਪਾਉਣਾ, ਇਹ ਸਭ ਕੱਪੜਿਆਂ ਦੇ ਰੰਗ ਗਏ। ਸੋਹਣੀ ਰੂਪ ਦੇਹੀ ਦਾ ਰੂਪ ਚਲਾ ਗਿਆ, ਸੋਹਣੀ ਤੋਂ ਸੋਹਣੀ ਦੇਹੀ, ਸੋਹਣੇ ਤੋਂ ਸੋਹਣੇ ਕੱਪੜੇ ਸਭ ਚਲੇ ਗਏ। ਦੁਖੀ ਦੇਹ ਰੁਲੀ। ਆ ਜਿਹੜਾ ਸੂਖਸ਼ਮ ਸਰੀਰ ਹੈ ਚੋਂ ਨਿਕਲ ਗਿਆ, ਉਹਨੂੰ ਲੈ ਗਏ ਜਮਦੂਤ ਫੜ ਕੇ। ਅੱਗੇ ਦੁਖੀ ਹੋਇਆ ਅਤੇ ਪਿੱਛੇ ਦੇਹੀ ਰੁਲ ਗਈ। ਰੁਲਦੀ ਹੋਇਆ ਸਾਂਭ ਕੇ ਕੌਣ ਰੱਖਦਾ ਇਹਨੂੰ? ਕੀ ਸਾਂਭ ਕੇ ਰੱਖਣਾ ਇਹਦਾ? ਰੁਲਦੀ ਹੋਇਆ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ। ਕਹਿੰਦੇ ਮਿੱਟੀ ਸਵਾਹ ਜਿਵੇਂ ਉੱਡਦੀ ਹੁੰਦੀ ਹੈ, ਸਰੀਰ ਤੈਨੂੰ ਇਉਂ ਰੁਲਦੇ ਦੇਖਿਆ। ਸਰੀਰ ਅੱਗ ਦੇ ਭੇਟ ਕਰ ਦਿੰਦੇ। ਜਿਹੜੇ ਸਰੀਰ ਨੂੰ ਘੀ ਲਾ ਲਾ ਕੇ ਬੰਦਾ ਮੱਖਣ ਖਾ ਖਾ ਪਾਲਦਾ ਹੈ, ਅੱਗ ਲਾ ਕੇ ਐ ਭੁਰ ਜਾਂਦਾ ਜਿਵੇਂ ਪਲਾਸਟਿਕ ਭੁਰਦੀ ਹੁੰਦੀ। ਜੇ ਨੇੜੇ ਹੋ ਕੇ ਵੇਖੀਏ, ਕਈ ਵਾਰੀ ਬੰਦਾ ਨੇੜੇ ਨਹੀਂ ਆਉਂਦਾ। ਪਟਨਾ ਸਾਹਿਬ ਇੱਕ ਮਹਾਤਮਾ ਸੀ, ਉਹਨਾਂ ਪਟਨਾ ਸਾਹਿਬ ਤਖ਼ਤ ਸਾਹਿਬ ਦੇ ਉੱਤੇ 30 ਸਾਲ ਕਥਾ ਕੀਤੀ। ਸੂਰਮੇ ਸਨ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਵਿਦਿਆਰਥੀ ਸਨ। ਉਮਰ 100 ਤੋਂ ਉੱਤੇ ਹੋ ਗਈ ਸੀ ਉਹਨਾਂ ਦੀ। ਜਦੋਂ ਮੈਂ ਉੱਥੇ ਸੇਵਾ ਨਿਭਾਉਂਦਾ ਅਤੇ ਉਹਨਾਂ ਦੇ ਅਕਸਰ ਦਰਸ਼ਨ ਕਰਨ ਜਾਣਾ, ਬੜਾ ਸਤਿਕਾਰ ਦਿੰਦੇ। ਅਤੇ ਜਦੋਂ ਥੋੜ੍ਹੇ ਦਿਨ ਪਹਿਲਾਂ ਉਹਨਾਂ ਨੇ ਦੱਸਤਾ ਸੀ ਵੀ ਮੈਂ ਚਲੇ ਜਾਣਾ, ਅਖੰਡ ਪਾਠ ਸਾਹਿਬ ਰਖਾਇਆ ਸੀ ਘਰ। ਇਹ ਅੱਖਾਂ ਨਾਲ ਵੇਖੀਆਂ ਔਰ ਆਪ ਹਾਜ਼ਰੀ ਦੀਆਂ ਗੱਲਾਂ ਨੇ ਸਾਰੀਆਂ। ਉਹਨਾਂ ਨੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ, ਭੋਗ ਪੈ ਗਿਆ। ਕਹਿੰਦੇ ਚਲੋ ਹੁਣ ਲੈ ਜਾਓ ਮਹਾਰਾਜ ਦਾ ਸਰੂਪ। ਮਹਾਰਾਜ ਦਾ ਸਰੂਪ ਲੈ ਕੇ ਐਨ ਅਰਦਾਸ ਹੋਈ, ਸਭ ਕੁਝ ਹੋ ਗਿਆ। ਪਿੱਛੋਂ ਫਿਰ ਉਸੇ ਦਿਨ ਸਰੀਰ ਛੱਡ ਕੇ। ਸਾਡੇ ਵਰਗੇ ਬੰਦੇ ਜਿਹੜੇ ਵਿਸ਼ਿਆਂ 'ਚ ਫਸੇ, ਉਹ ਕਹਾਂਗੇ ਜੀ ਇੱਦਾਂ ਕਿੱਦਾਂ, ਇਹ ਤਾਂ ਸੁਣੀਆਂ ਗੱਲਾਂ, ਸੁਣੀਆਂ ਨਹੀਂ ਦੇਖੀਆਂ ਗੱਲਾਂ ਇਹ। ਕਹਿੰਦੇ ਜੀ ਕਿਵੇਂ ਪਤਾ ਲੱਗ ਜੂ? ਉਹਨਾਂ ਨੂੰ ਲੱਗ ਗਿਆ ਪਤਾ, ਉਹਨਾਂ ਨੇ ਪਹਿਲਾਂ ਦੱਸਿਆ ਸਭ। ਮੈਂ ਬੈਠਾ ਸੀ ਕੋਲ, ਉਹਨਾਂ ਦੇ ਹੋਰ ਕਈ ਗੁਰਮੁਖ ਸੀ। ਉਹ ਕਹਿੰਦੇ ਵੀ ਮੇਰੇ ਸਰੀਰ ਦਾ ਸੰਸਕਾਰ ਗਿਆਨੀ ਜੀ ਉਹ ਸ਼ਮਸ਼ਾਨ ਘਾਟ ਉੱਧਰ ਨੂੰ ਨਾ ਲੈ ਕੇ ਜਾਇਓ, ਆ ਜਿੱਥੇ ਕੰਗਣ ਘਾਟ ਗੁਰੂ ਘਰ ਹੈ ਗੁਰੂ ਕਲਗੀਧਰ ਮਹਾਰਾਜ ਦਾ, ਜਿੱਥੇ ਗੰਗਾ ਦੇ ਕਿਨਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੋਜਾਂ ਕੀਤੀਆਂ, ਬਾਲਾ ਪ੍ਰੀਤਮ ਨੇ, ਮੇਰੇ ਸਰੀਰ ਦਾ ਉੱਥੇ ਸੰਸਕਾਰ ਕਰਿਓ। ਮੈਂ ਠੀਕ ਹੈ। ਸਾਰੇ ਲੈ ਗਏ। ਉੱਥੇ ਜਾ ਕੇ ਜਦੋਂ ਸਰੀਰ ਚਿਖਾ 'ਤੇ ਰੱਖਿਆ, ਮੇਰਾ ਪਿਆਰ ਵੀ ਸੀ ਉਹਨਾਂ ਦੇ ਨਾਲ, ਮੈਂ ਕੋਲ ਖੜਾ ਰਿਹਾ। ਅਤੇ ਜਦੋਂ ਅੱਗ ਲੱਗੀਆਂ, ਸਰੀਰ ਭੁਰਦਾ ਮੈਂ ਆਪ ਦੇਖਿਆ, ਐਂ ਜਿਵੇਂ ਪਲਾਸਟਿਕ ਦੀਆਂ ਥੱਲੇ ਡਿੱਗਦੀ ਹੁੰਦੀ, ਐਂ ਬੜਾ ਮਨ ਨੂੰ ਹੋਇਆ। ਪਰ ਇਹ ਗੱਲ ਤੁਸੀਂ ਜਾਣ ਲਓ, ਇਹ ਸਾਡਾ ਸਾਰਿਆਂ ਦਾ ਇਹੀ ਹਾਲ ਹੁੰਦਾ। ਸਾਡੀ ਸਾਰਿਆਂ ਦੀ ਦੇਹੀ, ਸਾਡੀ ਸਭ ਦਾ ਸਰੀਰ ਜਿੰਨਾ ਮਰਜ਼ੀ ਸੋਹਣਾ, ਇਹ ਦਰਦ ਦੁੱਖ ਮਹਿਸੂਸ ਓਨਾ ਚਿਰ ਹੈ ਜਿੰਨਾ ਚਿਰ ਅੰਦਰ ਆਤਮ ਹੈ। ਜਿੱਦਣ ਉਹ ਨਿਕਲ ਗਈ, ਦੇਹ ਨੇ ਰੁਲ ਜਾਣਾ। ਕੋਈ ਇਹਨੂੰ ਕੋ ਜਾ ਰਹੇ, ਕੋ ਗੱਡ ਲੇ ਮਾਟੀ, ਕੋਈ ਸਾੜ ਦਿੰਦਾ, ਕੋਈ ਧਰਤੀ 'ਚ ਦੱਬ ਦਿੰਦਾ। ਹੁਣ ਮਾੜਾ ਜਿਹਾ ਕਿਤੇ ਕੋਈ ਕੱਪੜਾ ਉੱਤੇ ਮੋਟਾ ਪਾ ਦਿਓ, ਆਖਾਂਗੇ ਸਾਹ ਨਹੀਂ ਆਉਂਦਾ। ਉਹ ਫਿਰ ਧਰਤੀ ਦੀਆਂ ਕਈ ਤਹਿਾਂ ਦੇ ਥੱਲੇ ਦੱਬ ਦਿੰਦੇ ਆ, ਅਤੇ ਪਤਾ ਲੱਗਦਾ ਕੋਈ ਆਵਾਜ਼ ਮਾਰ ਕੇ ਕਹਿੰਦਾ ਕੱਢ ਲਓ ਮੈਨੂੰ, ਸਾਹ ਨਹੀਂ ਆਉਂਦਾ। ਮਹਾਰਾਜ ਕਹਿੰਦੇ ਭਾਈ ਸਰੀਰ ਦਾ ਇੰਨਾ ਕੁ ਸਾਥ ਹੈ, ਇੱਥੇ ਤੱਕ ਹੈ। ਇਹ ਯਾਦ ਰੱਖ ਲਿਓ ਗੱਲ ਨੂੰ। ਕਹਿੰਦੇ ਵੰਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ।
ਜੀਵ ਆਤਮਾ ਬੰਦੇ ਦਾ ਜਿਹੜਾ ਜੀਵ ਹੈ, ਆਤਮਾ ਸ਼ਬਦ ਇਹਦੇ ਨਾਲ ਤਾਂ ਜੋੜ ਲੈਂਦੇ ਕਿਉਂਕਿ ਆਤਮ ਚੇਤਨ ਹੈ, ਇਹਦੇ ਵਿੱਚ ਚੇਤਨ ਦਾ ਪ੍ਰਛਾਮ ਹੈ, ਸੂਖਸ਼ਮ ਦੇਹੀ ਹੈ। ਵੈਸੇ ਮਹਾਰਾਜ ਕਹਿੰਦੇ ਜਿਹੜੀ ਸੂਖਸ਼ਮ ਦੇਹੀ ਹੈ ਉਹ ਦੁਖੀ ਹੁੰਦੀ ਹੈ, ਦੁਖੀ ਹੋ ਕੇ ਇੱਥੋਂ ਚੱਲ ਗਿਆ ਅਤੇ ਦੇਹੀ ਪਿੱਛੋਂ ਰੁਲ ਜਾਂਦੀ ਹੈ। ਆ ਜਿਹੜੇ ਰੰਗ ਰੂਪ ਜਿੰਨੇ ਸਨ ਸਭ ਨਾਸ਼ ਹੋ ਗਏ, ਖਤਮ ਹੋ ਗਿਆ। ਕਿੱਥੋਂ ਆਇਆ ਕਹਿ ਗਿਆ, ਕਿਹੋ ਨਾ ਸੀ ਉਹ ਕਿਹੋ ਸੀ। ਪਿੱਛੋਂ ਵਾਲੇ ਗੱਲਾਂ ਕਰਦੇ ਆ, ਕਿੱਥੋਂ ਆਇਆ, ਉਹ ਕਿੱਥੋਂ ਆਇਆ ਸੀ ਬਈ, ਇਹ ਕੀ ਗੱਲ ਹੋ ਗਈ ਸੀ, ਕਿੱਧਰੋਂ ਆਇਆ ਸੀ। ਇਹ ਫਲਾਣੇ ਰਿਸ਼ਤੇਦਾਰ ਦੇ ਗਿਆ ਸੀ ਜੀ, ਰਸਤੇ 'ਚ ਬਸ ਆ ਕੇ ਪਾਣੀ ਪੀਤਾ ਜੀ, ਬਸ ਬੈਠਾ ਜੀ, ਥੋੜ੍ਹਾ ਜਿਹਾ ਚੰਗਾ ਭਲਾ ਸੀ, ਕਹਿੰਦਾ ਦਰਦ ਜਿਹਾ ਹੋਇਆ, ਬਸ ਪਾਣੀ ਲੈਣ ਗਿਆ, ਉੱਥੇ ਹੀ ਗਿਆ। ਰਾਤੀ ਵਧੀਆ ਰੋਟੀ ਪ੍ਰਸ਼ਾਦਾ ਪਾਣੀ ਖਾ ਕੇ ਸੁੱਤਾ ਜੀ, ਬਸ ਉੱਠਿਆ ਹੀ ਨਹੀਂ। ਜਾਂਦੇ ਜਾਂਦੇ ਕੋਈ ਘਟਨਾ ਘਟ ਗਈ, ਬਸ ਮੁੜ ਕੇ ਦਰਸ਼ਨ ਹੀ ਨਹੀਂ ਹੋਏ। ਲੋਕ ਕਹਿੰਦੇ ਕਿੱਥੋਂ ਆਇਆ ਸੀ ਜਾਂ ਕਿੱਧਰ ਨੂੰ ਗਿਆ ਸੀ, ਇਹ ਆਹ ਕੰਮ ਹੋ ਗਿਆ ਬਈ, ਜਾਂ ਤੇ ਆਹ ਕੁਛ ਕਰਦੇ, ਜਾਂ ਇਹਦਾ ਇੱਦਾਂ ਵੀ ਅਰਥ ਲਾਉਂਦੇ ਕਿੱਥੋਂ ਆਇਆ ਕਹਿ ਗਿਆ। ਇਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਧਰੋਂ ਆਇਆ ਇਹ ਜੀਵ ਆਤਮਾ ਅਤੇ ਕਿੱਧਰ ਹੁਣ ਚੱਲ ਗਿਆ, ਕਿਸੇ ਨੂੰ ਪਤਾ। ਜਿੱਦਣ ਚੜ੍ਹਾਈ ਕਰ ਗਿਆ ਉਦਣ ਦੁਖੀ ਹੋ ਲਏ, ਜਿੱਦਣ ਜੰਮ ਗਿਆ ਉਦਣ ਬੈਂਡ ਬਾਜੇ ਵਜਾ ਲਏ। ਸਰੀਰ ਨਾਲ ਸੰਬੰਧ ਆ, ਸਰੀਰ ਤੋਂ ਪਹਿਲਾਂ ਦਾ ਕੁਛ ਨਹੀਂ ਪਤਾ, ਬਾਅਦ ਦਾ ਕੁਛ ਨਹੀਂ ਪਤਾ। ਲੋਕ ਗੱਲਾਂ ਕਰੀ ਜਾਂਦੇ ਆ, ਕਿਹੋ ਨਾ ਸੀ ਉਹ ਕਿਹੋ ਸੀ, ਫਿਰ ਉਹਦੀਆਂ ਗੱਲਾਂ ਕਰਨਗੇ ਜੀ, ਇਹ ਸੀ ਜੀ, ਇਹ ਗੁਣ ਸੀ ਇਹਦੇ ਵਿੱਚ, ਆਹ ਬੰਦਾ ਬੜਾ ਤਕੜਾ ਸੀ ਜੀ, ਬੜਾ ਪਹਿਲਵਾਨ ਸੀ ਜੀ, ਬੜਾ ਸੋਹਣਾ ਸੀ ਜੀ, ਬੜਾ ਦਿਮਾਗ ਵਾਲਾ ਸੀ ਜੀ, ਇਹ ਬੜਾ ਕਾਮਾ ਸੀ। ਕਿਹੋ ਸੀ ਜਣੀ ਵੀ ਆਹ ਕੁਛ ਸੀ, ਉਹ ਕਿਹੋ ਨਾ ਸੀ ਉਹ ਕੀ ਨਹੀਂ ਸੀ। ਫਿਰ ਇਹ ਵੀ ਗੱਲਾਂ ਕਰਨਗੇ ਬਈ ਉਹ ਬੰਦੇ 'ਚ ਨਾ 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 ਉਹ ਬੰਦਾ ਕੰਜੂਸ ਨਹੀਂ ਸੀ ਬਈ, ਉਹ ਬੰਦਾ ਨਾ 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 ਉਹ ਬੰਦਾ ਨਹੀਂ, ਉਹ ਨਹੀਂ ਮਾੜਾ ਨਹੀਂ ਸੀ ਬੰਦਾ। ਇੱਦਾਂ ਦੀਆਂ ਗੱਲਾਂ ਲੋਕ ਕਰਦੇ, ਜਿਹੜੀ ਮਹਾਰਾਜ ਬਾਣੀ 'ਚ ਲਿਖਿਆ ਹੋਇਆ, ਇਹ ਗੱਲਾਂ ਹੀ ਕਰਦੇ। ਕਿੱਥੋਂ ਆਇਆ ਕਹਿ ਗਿਆ, ਕਿਹੋ ਨਾ ਸੀ ਉਹ ਕਿਹੋ ਸੀ। ਮਹਾਰਾਜ ਕਹਿੰਦੇ ਬਸ ਆਹੀ ਕੁਛ ਹੈ। ਪਿੱਛੋਂ ਵਾਲੇ ਇੱਦਾਂ ਹੀ ਗੱਲਾਂ ਕਰਦੇ, ਗੁਣ ਗਾਉਂਦੇ ਆ ਉਹਦੇ, ਆਹ ਕੰਮ ਕਰਦਾ ਸੀ, ਆਹ ਨਹੀਂ ਸੀ ਕਰਦਾ ਬਈ। ਉਹ ਬੰਦੇ ਨੇ ਬਈ ਉਹਨੇ ਕਦੇ ਸ਼ਰਾਬ ਨੂੰ ਹੱਥ ਨਹੀਂ ਲਾਇਆ ਨਾ, ਉਹ ਬੰਦਾ ਨਸ਼ੇੜੀ ਨਹੀਂ ਸੀ ਬਈ, ਉਹ ਬੰਦਾ ਬੜਾ ਦਾਨੀ ਸੀ ਬਈ। ਜੋ ਆਹੀ ਦੋ ਗੱਲਾਂ ਹੁੰਦੀਆਂ, ਕੀ ਉਹ ਸੀ ਕੀ ਨਹੀਂ ਸੀ। ਮਹਾਰਾਜ ਕਹਿੰਦੇ ਆਹੀ ਕੁਛ ਚੱਲਦਾ ਹੈ। ਮਨਮੁਖ ਗੱਲਾਂ ਗੋਈਆਂ ਕੀਤਾ ਚੌਰਲੀ। ਮਹਾਰਾਜ ਕਹਿੰਦੇ ਮਨਮੁਖ ਬੰਦੇ ਵੀ ਗੱਲਾਂ ਹੀ ਕਰਦੇ ਪਿੱਛੋਂ, ਕੀਤਾ ਚਾਉ ਰਲੀ ਬਈ। ਉਹ ਫਿਰ ਇੱਦਾਂ ਕਹਿਣਗੇ ਬਈ ਉਹ ਰੋਵੋ ਨਾ ਬਈ, ਉਹ ਆਪਣਾ ਚਾਓ ਕਰਕੇ ਰਲੀਆਂ ਮੌਜਾਂ ਮਾਣ ਕੇ ਚੱਲ ਗਿਆ। ਠੀਕ ਹੈ, ਉਹਨੇ ਭਾਈ ਜਿੰਨਾ ਚਿਰ ਜਿਉਇਆ ਸ਼ਾਨਦਾਰ ਜ਼ਿੰਦਗੀ ਜਿਉਈ, ਉਹਨੇ ਬੜੇ ਚਾਅ ਕੀਤੇ ਬਈ, ਉਹਦੇ ਵਿਆਹ 'ਚ ਇਉਂ ਕੀਤਾ ਹੈ ਨਾ, ਇਹ ਬਜ਼ੁਰਗ ਹੋ ਗਿਆ ਬਈ, ਜਵਾਨੀ 'ਚ ਉਹਨੇ ਆਹ ਕੀਤਾ, ਧਰਵਾਸ ਦੇਣ ਲਈ ਆਹ ਕੁਛ ਗੱਲਾਂ ਹੁੰਦੀਆਂ। ਮਹਾਰਾਜ ਕਹਿੰਦੇ ਸਭ ਗੱਲਾਂ ਮਨਮੁਖਾਂ ਦੀਆਂ ਨੇ, ਇੱਕ ਦੂਜੇ ਨੂੰ ਧਰਵਾਸ ਦੇਣ ਵਾਲੀ ਗੱਲ ਹੈ। ਪਰ ਸੱਚ ਕੀ ਹੈ, ਗੁਰੂ ਨਾਨਕ ਜੀ ਕਹਿੰਦੇ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪੱਤ ਪਾਟੀ। ਸੱਚੇ ਨਾਮ ਤੋਂ ਲੈ ਕੇ ਸਿਰ ਤੋਂ ਲੈ ਕੇ ਖੁਰ ਪੈਰਾਂ ਤੱਕ ਪੱਤ ਪਾਟੀ, ਇੱਜ਼ਤ ਰੁਲ ਗਈ, ਖਤਮ ਹੈ। ਨਾਮ ਤੋਂ ਬਿਨਾਂ ਕੋਈ ਇੱਜ਼ਤ ਨਹੀਂ, ਕੁਛ ਨਹੀਂ। ਨਾਂਗੇ ਆਵਣ ਨਾਂਗੇ ਜਾਣਾ, ਆਹ ਲਿਬਾਸ ਤਾਂ ਇੱਥੇ ਹੀ ਰਹਿ ਜਾਣਗੇ, ਇੱਥੇ ਦੇ ਹੀ ਹੈ। ਅੱਗੇ ਤੇ ਜਿਹੜੇ ਸਰੀਰ ਨੇ ਜਾਣਾ ਉੱਥੇ ਦੇਖਣਾ ਵੀ ਇਹਦੇ ਕੋਲ ਹੈ ਕੋਈ ਕੱਪੜਾ ਲਿਆ ਹੋਇਆ। ਉਹ ਤਾਂ ਪ੍ਰੇਮ ਦਾ, ਪ੍ਰਮਾਤਮਾ ਦੇ ਪ੍ਰੇਮ ਦਾ ਪਟੋਲਾ ਬਾਣੀ 'ਚ ਲਿਖਿਆ ਨਾ, ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪੱਤ ਮੇਰੀ। ਪ੍ਰੇਮ ਦਾ ਪਟੋਲਾ, ਪ੍ਰੇਮ ਦਾ ਕੱਪੜਾ ਪ੍ਰਮਾਤਮਾ ਨੇ ਦਿੱਤਾ ਹੈ, ਵਾਹਿਗੁਰੂ ਮੇਰੀ ਪੱਤ ਢੱਕਣ ਨੂੰ। ਕਈ ਗਿਆਨੀ ਸਿੰਘ ਨਾ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਦੇਣਗੇ ਅਤੇ ਸ਼ਬਦ ਪੜ੍ਹਨਗੇ, ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਰੁਮਾਲਾ ਤੂੰ ਮਹਾਰਾਜ ਦੀ ਪੱਤ ਢੱਕਣੀ ਕਿ ਤੇਰੀ ਮਹਾਰਾਜ ਨੇ ਢੱਕਣੀ। ਨਹੀਂ ਪੜ੍ਹਨਾ ਚਾਹੀਦਾ ਇਹ ਸ਼ਬਦ ਉਦੋਂ, ਮਹਾਰਾਜ ਨੂੰ ਰੁਮਾਲਾ ਦੇਣ ਲੱਗਿਆ ਨਹੀਂ ਪੜ੍ਹਨਾ। ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਦਿਓ ਅਤੇ ਸ਼ਬਦ ਪੜ੍ਹੋ, ਇਹ ਵੀ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪੱਤ ਮੇਰੀ। ਤੁਸੀਂ ਕੌਣ ਗੁਰੂ ਦੀ ਪੱਤ ਢੱਕਣ ਵਾਲੇ ਬਈ?
ਉੱਤੇ ਗੁਰੂ ਮਹਾਰਾਜ ਜੇ ਇੱਕ ਦਸਤਾਰ ਬੰਨੋ, ਉਦੋਂ ਪੜ੍ਹ ਲਓ ਸ਼ਬਦ। ਵਸਤਰ ਪਾਓ, ਮਹਾਰਾਜ ਨੇ ਦਿੱਤੇ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਆਹ ਕੱਪੜੇ ਤੂੰ ਦਿੱਤੇ ਮੇਰੀ ਪੱਤ ਢੱਕਣ ਨੂੰ, ਮੈਨੂੰ ਪ੍ਰੇਮ ਦਾ ਪਟੋਲਾ ਤੇਰੇ ਪਿਆਰ ਦਾ ਵੀ ਦੇ ਦੇ, ਜਿਹਦੇ ਨਾਲ ਮੇਰੀ ਲੋਕ ਪ੍ਰਲੋਕ ਦੋਵੇਂ ਥਾਵਾਂ 'ਚ ਪੱਤ ਢਕੀ ਜਾਏ। ਆਹ ਤਾਂ ਮੇਰਾ ਸਰੀਰ ਢਕਿਆ ਗਿਆ, ਪਰ ਮੇਰੀ ਪੱਤ ਹਜੇ ਟਕੀ ਨਹੀਂ ਗਈ। ਪਾਤਸ਼ਾਹ ਤੂੰ ਢਕਣ ਵਾਲਾ। ਨਾਨਕ ਸੱਚੇ ਨਾਮ ਬਿਨ, ਨਾਮ ਤੋਂ ਬਿਨਾਂ ਪਿਆਰਿਓ ਸਿਰ ਖੁਰ ਪੱਤ ਪਾਟੀ। ਸਿਰ ਤੋਂ ਲੈ ਕੇ ਪੈਰਾਂ ਤੱਕ ਪੱਤ ਪਾਟੀ, ਪੱਤ ਰੁਲੀ ਹੋਈ ਹੈ। ਨਾਮ ਤੋਂ ਬਿਨਾਂ ਕੋਈ ਇੱਜ਼ਤ ਨਹੀਂ, ਕੋਈ ਸਤਿਕਾਰ ਨਹੀਂ, ਧੱਕੇ ਆ ਪ੍ਰਲੋਕ ਦੇ। ਪੌੜੀ ਵਿੱਚ ਸਮਝਾ ਰਹੇ, ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਅੰਤੇ ਹੋਏ ਸਖਾਈ। ਹੁਣ ਪੌੜੀ ਵਿੱਚ ਸਮਝਾ ਰਹੇ ਸਿਧਾਂਤ ਰੂਪ ਵਿੱਚ, ਕਹਿੰਦੇ ਅੰਮ੍ਰਿਤ ਨਾਮ ਸਦਾ ਸੁਖ ਦਾਤਾ। ਨਾਮ ਹੈ ਨਾ ਜਿਹੜਾ, ਇਹ ਅੰਮ੍ਰਿਤ ਹੈ ਖਾਲਸਾ ਜੀ, ਮੌਤ ਤੋਂ ਪਾਰ ਲਿਜਾਣ ਵਾਲਾ ਹੈ, ਜਨਮ ਮਰਨ ਦੇ ਚੱਕਰ 'ਚੋਂ ਕੱਢਣ ਵਾਲਾ ਹੈ। ਉਹ ਕੀ ਹੈ ਜੀ? ਨਾਮ ਸਦਾ ਸੁਖ ਦਾਤਾ। ਨਾਮ ਹਮੇਸ਼ਾ ਹੀ ਸੁਖ ਦੇਣ ਵਾਲਾ, ਇਸ ਜ਼ਿੰਦਗੀ ਵਿੱਚ ਵੀ, ਜ਼ਿੰਦਗੀ ਤੋਂ ਬਾਅਦ ਵੀ, ਇੱਥੇ ਵੀ ਉੱਥੇ ਵੀ, ਲੋਕ 'ਚ ਵੀ ਪ੍ਰਲੋਕ 'ਚ ਵੀ, ਇਹਾਂ ਵੀ ਉਹਾਂ ਵੀ, ਅੰਦਰ ਵੀ ਬਾਹਰ ਵੀ, ਹਰੇਕ ਥਾਂ। ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਅੰਤੇ ਹੋਏ ਸਖਾਈ। ਅੰਤ ਨੂੰ, ਜਦੋਂ ਓੜਕ ਨੂੰ, ਜਿੱਦਣ ਹਿਸਾਬ ਹੋਣਾ, ਜਿਹਨੂੰ ਮੁਸਲਮਾਨ ਵੀਰ ਰੋਜ਼ੇ ਕਿਆਮਤ ਕਹਿ ਦਿੰਦੇ, ਅੰਤਲਾ ਦਿਨ, ਕਹਿੰਦੇ ਉੱਥੇ ਵੀ ਨਾਮ ਨੇ ਸਹਾਈ ਹੋਣਾ ਪਿਆਰਿਓ। ਅੰਤੇ ਹੋਏ ਸਖਾਈ, ਤੇਰੀ ਸਹਾਇਤਾ ਕਰਨੀ, ਤੇਰਾ ਸਖਾ ਹੋਣਾ ਨਾਮ, ਇਹ ਯਾਦ ਰੱਖ ਲਓ। ਇਸ ਕਰਕੇ ਬਾਜ ਗੁਰੂ ਜਗਤ ਬੌਰਾਨਾ, ਨਾਵੈ ਸਾਰ ਨਾ ਪਾਈ। ਪਰ ਗੁਰੂ ਤੋਂ ਬਿਨਾਂ, ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਜਗਤ ਕਮਲਾ ਹੋਇਆ ਫਿਰਦਾ। ਬਾਜ ਗੁਰੂ ਜਗਤ ਬੌਰਾਨਾ, ਬੌਰਾ ਝੱਲਾ ਕਮਲਾ, ਟੱਕਰਾਂ ਮਾਰਦਾ ਫਿਰਦਾ, ਝਗੜੇ ਕਰਦਾ ਫਿਰਦਾ ਬੇਵਜ੍ਹਾ। ਜਿਹੜਾ ਬੌਲਾ ਸੀ ਉਹਨੂੰ ਕਹਿ ਦਿੰਦੇ ਪਾਗਲ, ਉਹਨੂੰ ਕਹਿ ਦਿੰਦੇ ਜਿਹੜਾ ਬੰਦਾ ਜਿਹਦੇ ਕੰਮ ਦਾ ਕੋਈ ਭੇਤ ਨਾ ਲੱਗੇ, ਜਾਂ ਜਿਹੜਾ ਬੇਵਜ੍ਹਾ ਹੀ ਬੋਲੀ ਜਾਏ, ਬੇਵਜ੍ਹਾ ਹੀ ਕਰੀ ਜਾਏ, ਮਨ ਕਰੇ ਕਿਸੇ ਨਾਲ ਬੇਵਜ੍ਹਾ ਹੀ ਲੜ ਪਵੇ। ਅਤੇ ਜੇ ਤੁਸੀਂ ਦੁਨੀਆ ਦੇ ਲੋਗੋ ਕਿਤੇ ਆਪਣੀ ਜ਼ਿੰਦਗੀ ਦਾ ਨਕਸ਼ਾ ਖਿੱਚ ਕੇ ਵੇਖੋ, ਤੁਸੀਂ ਜੋ ਕੁਝ ਕੀਤਾ ਇਹਦੇ 'ਚ ਅਤੇ ਇੱਕ ਬੌਲੇ ਕਮਲੇ ਦੇ ਕੰਮ ਕੀਤੇ 'ਚ ਕੀ ਫਰਕ ਹੈ? ਕੋਈ ਫਰਕ ਨਹੀਂ ਲੱਭਣਾ। ਤੁਸੀਂ ਵੀ ਤਾਂ ਬੇਵਜ੍ਹਾ ਹੀ ਕੀਤਾ, ਕਿਸੇ ਨਾਲ ਨਫ਼ਰਤ ਪਾਲ ਲਈ ਬੇਵਜ੍ਹਾ, ਕਿਸੇ ਨਾਲ ਝਗੜਾ ਖੜਾ ਕਰ ਲਿਆ ਬੇਵਜ੍ਹਾ, ਬੇਵਜ੍ਹਾ ਹੀ ਤੁਰਦੇ ਰਹੇ, ਬੇਵਜ੍ਹਾ ਹੀ ਬਹਿੰਦੇ ਰਹੇ, ਬੇਵਜ੍ਹਾ ਹੀ ਖਾਂਦੇ ਰਹੇ, ਸੌਂਦੇ ਰਹੇ। ਕੋਈ ਮੰਜ਼ਿਲ ਤਾਂ ਤੁਹਾਡੀ ਵੀ ਨਹੀਂ ਜ਼ਿੰਦਗੀ ਦੀ। ਮਹਾਰਾਜ ਕਹਿੰਦੇ ਜਿੰਨਾ ਸਮਾਂ ਦਰਅਸਲ ਗੁਰੂ ਦੀ ਸਿੱਖਿਆ ਨਹੀਂ ਨਾ ਲੈਂਦਾ, ਪੂਰਾ ਜਗਤ ਹੀ ਬੌਲਾ ਹੈ, ਕਮਲਾਪਨ ਹੈ। ਬਾਜ ਗੁਰੂ ਜਗਤ ਬੌਰਾਨਾ, ਇਹ ਬਾਣੀ 'ਚ ਲਿਖਿਆ ਮਹਾਰਾਜ, ਬਾਜ ਗੁਰੂ ਜਗਤ ਬੌਰਾਨਾ, ਨਾਵੈ ਸਾਰ ਨਾ ਪਾਈ। ਨਾਮ ਦੀ ਇਹਨਾਂ ਨੂੰ ਸੋਝੀ ਨਹੀਂ ਆਈ, ਨਾਮ ਦੀ ਇਹਨਾਂ ਨੇ ਸਾਰ ਨਹੀਂ ਜਾਣੀ। ਅਤੇ ਮਹਾਰਾਜ ਕਹਿੰਦੇ ਬਿਨ ਨਾਵੈ ਜਗ ਕਮਲਾ ਫਿਰੈ। ਕਮਲਾਪਨ ਹੈ, ਝੱਲਾਪਨ ਹੈ, ਚੱਲ ਖਿਲਾਰ ਰਿਹਾ ਹੈ। ਸਤਿਗੁਰ ਸੇਵੈ ਸੇ ਪ੍ਰਵਾਨ, ਜਿਹੜੇ ਭਾਈ ਗੁਰੂ ਨੂੰ ਸੇਵਾ ਕਰਦੇ, ਗੁਰੂ ਦੀ, ਗੁਰੂ ਘਰ ਆਉਂਦੇ, ਗੁਰੂ ਦੇ ਬਣਦੇ, ਗੁਰੂ ਦੀ ਦੱਸੀ ਸਿੱਖਿਆ ਨੂੰ ਧਾਰਨ ਕਰਦੇ ਹਨ, ਮਹਾਰਾਜ ਕਹਿੰਦੇ ਸੇ ਪ੍ਰਵਾਨ, ਉਹ ਪ੍ਰਵਾਨ ਹੋ ਜਾਂਦੇ, ਉਹਨਾਂ ਦਾ ਆਇਆ ਸਫਲ ਹੈ। ਸਤਿਗੁਰ ਸੇਵੈ ਸੇ ਪ੍ਰਵਾਨ, ਜਿਨ ਜੋਤੀ ਜੋਤ ਮਿਲਾਈ। ਜਿਨ੍ਹਾਂ ਗੁਰਮੁਖਾਂ ਨੇ ਇਸ ਜ਼ਿੰਦਗੀ ਵਿੱਚ ਰਹਿ ਕੇ ਜੋਤੀ ਸਰੂਪ ਪਰਮਾਤਮਾ ਦੇ ਨਾਲ ਆਪਣੀ ਜੋਤ ਨੂੰ, ਆਪਣੇ ਮਨ ਨੂੰ ਜੋੜਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਪਹਿਚਾਨਣ ਦੇ ਲਈ ਜਿਨ੍ਹਾਂ ਉਦਮ ਉਪਰਾਲਾ ਕੀਤਾ, ਗੁਰੂ ਜੀ ਕਹਿੰਦੇ ਭਾਈ ਉਹ ਪ੍ਰਵਾਨ ਏਕ ਹੋ ਗਏ, ਉਹਨਾਂ ਦਾ ਆਉਣਾ ਸਫਲ ਹੋ ਗਿਆ। ਸੋ ਸਾਹਿਬ ਸੋ ਸੇਵਕ ਤੇਹਾ, ਜਿਸ ਭਾਣਾ ਮਨ ਵਸਾਈ। ਸੋ ਸਾਹਿਬ ਸੋ ਸੇਵਕ ਤੇਹਾ,
ਜਿਸ ਭਾਣਾ ਮਨ ਵਸਾਈ, ਜਿਸ ਗੁਰਮੁਖ ਨੇ ਭਾਣੇ ਨੂੰ ਮੰਨ ਲਿਆ। ਭਾਣਾ ਕੀ ਸੀ? ਭਾਣਾ ਸੀ ਪਰਮਾਤਮਾ ਦਾ ਨਾਮ ਜਪਣਾ, ਪਰਮਾਤਮਾ ਨੂੰ ਚਿਤਾਉਣਾ, ਚਿੱਤ ਵਿੱਚ ਕਰਨਾ, ਸਿਮਰਨ ਵਿੱਚ ਲਿਆਉਣਾ, ਉਹਨੂੰ ਯਾਦ ਕਰਨਾ, ਉਹਦੀ ਯਾਦ 'ਚ ਜ਼ਿੰਦਗੀ ਜਿਉਣਾ। ਕਹਿੰਦੇ ਜਿਸ ਭਾਣਾ ਮਨ ਵਸਾਈ, ਜਿਹਦੇ ਮਨ 'ਚ ਭਾਣਾ ਵਸ ਗਿਆ ਸੋ ਸਾਹਿਬ, ਉਹ ਸਾਹਿਬ ਬਣ ਗਿਆ, ਸਾਹਿਬ ਵਰਗਾ ਹੀ ਹੋ ਗਿਆ। ਸੋ ਸੇਵਕ ਤੇਹਾ, ਉਹ ਗੁਰਮੁਖ ਤਿਹੋ ਜਿਹਾ ਹੋ ਗਿਆ ਸੇਵਕ ਜਿਹੋ ਜਿਹਾ ਸਾਹਿਬ ਹੈ। ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ, ਇੱਕੋ ਜਿਹੀ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਹੀ ਰੂਪ ਬਣਾ ਲਿਆ। ਕਹਿੰਦੇ ਮੇਰਾ ਰੂਪ ਹੋ ਗਿਆ ਖਾਸ ਰੂਪ ਹੈ ਮੇਰਾ, ਖਾਲਸਾ ਮੇਰਾ ਰੂਪ ਹੈ ਖਾਸ। ਕਹਿੰਦੇ ਜਿਹਨੇ ਗੁਰੂ ਦਾ ਭਾਣਾ ਮੰਨ ਲਿਆ ਉਹਦੇ ਵਰਗਾ ਹੀ ਹੈ, ਕੋਈ ਫਰਕ ਨਹੀਂ ਹੈ। ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਆਪਣੇ ਭਾਣੇ ਵਿੱਚ ਆਪਣੀ ਅਕਲ ਦੇ ਪਿੱਛੇ, ਆਪਣੀਆਂ ਗੱਲਾਂ, ਆਪਣੀਆਂ ਵਿਚਾਰਾਂ, ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਆਪਣਾ ਭਾਣਾ ਕਹੋ ਕਿਨ ਸੁਖ ਪਾਇਆ। ਕੋਈ ਇੱਕ ਵੀ ਬੰਦਾ ਦੱਸੋ ਜਿਹਨੇ ਸੁਖ ਪਾਇਆ ਹੋਵੇ, ਆਪਣੀ ਅਕਲ ਦੇ ਪਿੱਛੇ ਚੱਲਣ ਵਾਲਾ ਕੋਈ ਦੱਸੋ ਸੁਖੀ ਹੋਇਆ ਹੋਵੇ। ਕੋਈ ਚੰਗੇਜ਼ ਖਾਨ, ਕੋਈ ਹਿਟਲਰ, ਕੋਈ ਔਰੰਗਜ਼ੇਬ, ਕੋਈ ਜਹਾਂਗੀਰ, ਕੋਈ ਹੋਰ ਕਿਸੇ ਦਾ ਨਾਂ ਲੈ ਲਓ, ਕੋਈ ਸੁਖੀ ਹੋਇਆ ਆਪਣੀ ਭਾਣੇ 'ਚ ਚੱਲਣ ਨਾਲ? ਨਹੀਂ ਹੋ ਸਕਦਾ। ਵੱਡੇ ਤੋਂ ਵੱਡੇ ਰਾਜੇ, ਸਿਕੰਦਰ ਵਰਗੇ ਸਭ ਇਸ ਦੁਨੀਆ ਤੋਂ ਖਾਲੀ ਜਾਂਦੇ ਜਿੰਨਾ ਸਮਾਂ ਆਪਣੀ ਮੱਤ ਅਨੁਸਾਰ ਚੱਲਦੇ। ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ। ਇਹ ਜੀਵ ਅੰਨਾ ਹੈ, ਇਹਦੀ ਜ਼ਿੰਦਗੀ ਦੀ ਸਾਰੀ ਕਮਾਈ ਵੀ ਅੰਨਾ ਕੀ ਇਕੱਠੇ ਕਰੂਗਾ? ਰੋੜੇ ਪੱਥਰ ਕੰਕਰ ਇਕੱਠੇ ਕਰ ਰਿਹਾ ਹੈ। ਮਹਾਰਾਜ ਕਹਿੰਦੇ ਇਹਦੀ ਕਮਾਈ ਵੀ ਅੰਧਤਾ ਅਗਿਆਨਤਾ ਵਿੱਚ ਇਕੱਠੀ ਕੀਤੀ। ਇਹਦੀ ਕਮਾਈ ਦਾ ਇਹਨੂੰ ਕੋਈ ਲਾਭ ਨਹੀਂ ਪਾਈ। ਗੁਰਮੁਖੋ ਵਿਖਿਆ ਕਦੇ ਹੀ ਰੱਜਿਆ ਨਹੀਂ। ਇਹਨੇ ਇਕੱਠਾ ਕੀ ਕੀਤਾ? ਇਹਨੇ ਵਿਸ਼ੇ ਇਕੱਠੇ ਕੀਤੇ। ਵਿਸ਼ਿਆਂ ਵਿਕਾਰ ਭੋਗਣ ਦੇ ਲਈ ਭੋਗ ਪਦਾਰਥ ਇਕੱਠੇ ਕੀਤੇ। ਮਹਾਰਾਜ ਕਹਿੰਦੇ ਇਹਨਾਂ ਵਿਖਿਆ ਕਦੇ ਹੀ ਰੱਜਿਆ ਨਹੀਂ। ਵਿਸ਼ਿਆਂ ਨੇ ਕਦੇ ਤ੍ਰਿਪਤੀ ਦੇਣੀ ਨਹੀਂ, ਰੱਜਣਾ ਨਹੀਂ। ਮੂਰਖ ਭੁੱਖ ਨਾ ਜਾਈ। ਅਤੇ ਮੂਰਖ ਬੰਦੇ ਦੀ ਜਿਹੜਾ ਆਪਣੇ ਆਪ ਨੂੰ ਇਹ ਮੂਹਰੇ ਰੱਖੇ, ਆਪਣੀ ਗੱਲ ਨੂੰ ਇਹ ਅੱਗੇ ਰੱਖੇ, ਮਹਾਰਾਜ ਕਹਿੰਦੇ ਉਹ ਮੂਰਖ ਹੈ, ਉਹਦੀ ਭੁੱਖ ਨਹੀਂ ਜਾ ਸਕਦੀ। ਗੁਰਬਾਣੀ 'ਚ ਲਿਖਿਆ ਮੂਰਖਾਂ ਸਿਰਫ ਮੂਰਖ ਹੈ ਜੇ ਮੰਨੈ ਨਹੀਂ ਨਾਉ। ਜਿਹੜਾ ਨਾਮ ਤੋਂ ਮੁਨਕਰ ਹੋ ਗਿਆ, ਮਹਾਰਾਜ ਕਹਿੰਦੇ ਮੂਰਖਾਂ ਤੋਂ ਵੀ ਵੱਡਾ ਮੂਰਖ ਹੈ। ਅਤੇ ਇਹੋ ਜਿਹੇ ਮੂਰਖ ਦੀ ਪਦਾਰਥਾਂ ਨਾਲ ਭੁੱਖ ਕਦੇ ਨਹੀਂ ਲੱਥਣੀ। ਭੁੱਖ ਤੇ ਨਾਮ ਨਾਲ ਲੱਥਣੀ ਸੀ। ਗੁਰੂ ਸੰਤੋਖ ਦੇ ਦੇਵੇ ਤਾਂ ਭੁੱਖ ਲੱਥਣੀ ਹੈ। ਅਤੇ ਵਿਸ਼ਿਆਂ ਦੇ ਵਿਕਾਰਾਂ 'ਚੋਂ ਕਦੇ ਵੀ ਸਾਧ ਸੰਗਤ ਰੱਜ ਨਹੀਂ ਹੋਣਾ। ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਨ ਤੇ ਹਾਸੇ। ਸਾਦੀ ਜੀਵ ਨਾ ਰੱਜੀਆ ਕਰ ਭੋਗ ਵਿਲਾਸੇ, ਨੱਕ ਨਾਲ ਰੱਜਾ ਵਾਂਸਲਾ ਦੁਰਗੰਧ ਸਵਾਸੇ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਪੀਰ ਮੁਰੀਦਾ ਪਿਰਹੜੀ ਸੱਚੀ ਰਹਿਰਾਸੇ। ਭਾਈ ਗੁਰਦਾਸ ਸਾਹਿਬ ਕਹਿ ਰਿਹਾ। ਇਸ ਕਰਕੇ ਮੂਰਖ ਭੁੱਖ ਨਾ ਜਾਈ, ਦੂਜਾ ਸਭ ਕੋ ਲੱਗ ਵਿਗੁੱਤਾ, ਬਿਨ ਸਤਿਗੁਰ ਬੂਝ ਨਾ ਪਾਈ। ਦੁਬਿਧਾ ਵਿੱਚ ਫਸੇ ਹੋਏ ਬੰਦੇ ਸਾਰਿਆਂ ਦੀ ਉਹ ਗੱਲ ਮਹਾਰਾਜ ਕਰ ਰਹੇ। ਦੂਜਾ ਸਭ ਕੋ ਲੱਗ ਵਿਗੁੱਤਾ। ਵਿਗੁੱਤਾ ਹੁੰਦਾ ਖੱਜਲ ਹੋਣਾ, ਖੁਆਰ ਹੋਣਾ। ਮਹਾਰਾਜ ਕਹਿੰਦੇ ਇੱਕ ਨੂੰ ਛੱਡ ਕੇ ਦੂਜੇ ਨਾਲ ਸਾਰੀ ਦੁਨੀਆ, ਜਿਹੜਾ ਕੋਈ ਜਿੱਥੇ ਮਰਜ਼ੀ ਹੋਵੇ, ਜਿਹੜੀ ਮਰਜ਼ੀ ਨਸਲ ਦਾ, ਜਿਹੜੇ ਮਰਜ਼ੀ ਧਰਮ ਦਾ ਬੰਦਾ ਹੋਵੇ, ਜਿੱਥੇ ਮਰਜ਼ੀ ਦਾ ਹੋਵੇ, ਸਾਰੀ ਦੁਨੀਆ ਦੇ ਲੋਕ, ਜਿਹੜਾ ਵੀ ਕੋਈ ਪਰਮਾਤਮਾ ਨੂੰ ਛੱਡ ਕੇ ਦੂਜੇ ਨਾਲ ਲੱਗਿਆ ਵਿਗੁੱਤਾ, ਖੱਜਲ ਹੋਏਗਾ, ਖੁਆਰ ਹੋਏਗਾ। ਬਿਨ ਸਤਿਗੁਰ ਬੂਝ ਨਾ ਪਾਈ। ਪਰ ਇਹ ਗੱਲ ਦੀ ਸਮਝ ਵੀ ਉਦੋਂ ਲੱਗਦੀ ਜਦੋਂ ਗੁਰੂ ਮਿਲਦਾ ਕਿ ਮੈਂ ਖੱਜਲ ਹੋ ਰਿਹਾ, ਮੈਂ ਖੁਆਰ ਹੋ ਰਿਹਾ, ਮੈਂ ਕੁਛ ਵੀ ਨਹੀਂ ਇਕੱਠਾ ਕੀਤਾ, ਠੀਕਰੀਆਂ ਇਕੱਠੀਆਂ ਕੀਤੀਆਂ, ਕੁਛ ਵੀ ਨਹੀਂ। ਅਤੇ ਜਿੰਨਾ ਸਮਾਂ ਗੁਰੂ ਨਹੀਂ, ਓਨਾ ਸਮਾਂ ਇਹ ਸਮਝ ਵੀ ਨਹੀਂ ਲੱਗਦੀ। ਉਹਨਾਂ ਸਮਾਂ ਕੌਡੀਆਂ ਨੂੰ ਜੋੜੀ ਜਾਂਦਾ। ਕੌਡੀ ਕੌਡੀ ਜੋੜ ਤੇ ਜੋੜੇ ਲੱਖ ਕਰੋੜ। ਕਹਿੰਦਾ ਵੀ ਬਹੁਤ ਇਕੱਠਾ ਕਰ ਲਾ, ਹੋਰ ਕਰ ਲਾ। ਮਰਨ ਲੱਗਿਆਂ ਵੀ ਬਾਸ਼ਨਾ ਨਹੀਂ ਮਰਦੀ, ਕਹਿੰਦਾ ਹੋਰ ਮਿਲ ਜਾਏ। ਹੰਸ ਉੱਡਿਆ
ਤਨ ਗਾਡਿਆ ਸੋਝਾਈ ਸੈਨਾ ਹਾਂ। ਅਜਹੋ ਸੋ ਜੀਓ ਨਾ ਛੋਡਈ ਰੰਕਾਈ ਨੈਨਾ। ਕਬੀਰ ਜੀ ਕਹਿੰਦੇ, ਕਬੀਰ ਜੀ ਕਹਿੰਦੇ ਹੰਸ ਉੱਡਣ ਵਾਲਾ ਅੰਦਰੋਂ ਸਰੀਰ ਨੂੰ ਧਰਤੀ 'ਚ ਗੱਡਣ ਨੂੰ ਤਿਆਰ ਬੈਠੇ, ਆਲੇ ਦੁਆਲੇ ਤਿਆਰੀ ਕਰੀ ਜਾਂਦੇ ਵੀ ਹੁਣ ਗਿਆ ਕਿ ਹੁਣ ਗਿਆ, ਆਵਾਜ਼ ਨਹੀਂ ਨਿਕਲਦੀ। ਕਹਿੰਦੇ ਸੋਝਾਈ ਸੈਨਾ, ਹਜੇ ਵੀ ਸੈਨ ਤਾਂ ਮਾਰਦਾ ਪਿਆ। ਪੈਸਿਆਂ ਬਾਰੇ ਵੀ ਕਿੰਨੇ ਕੁ ਬਣੇ, ਉਹ ਦੁਕਾਨ 'ਤੇ ਕੋਈ ਗਿਆ ਕਿ ਨਹੀਂ ਗਿਆ, ਹਿਸਾਬ ਕਿਤਾਬ ਕਰ ਲਿਆ ਕਿ ਨਹੀਂ, ਫਲਾਣੇ ਤੋਂ ਲੈਣੇ, ਆਵਾਜ਼ ਨਹੀਂ ਨਿਕਲਦੀ। ਕਬੀਰ ਜੀ ਕਹਿੰਦੇ ਅਜਹੋ ਸੋ ਜੀਓ ਨਾ ਛੋਡਈ, ਵਾਹ ਵਾਹ, ਹਜੇ ਵੀ ਨਹੀਂ ਛੱਡਦਾ। ਰੰਕਾਈ ਨੈਨਾ, ਤੇਰੀਆਂ ਅੱਖਾਂ 'ਚ ਹਜੇ ਵੀ ਗਰੀਬੀ ਚਮਕਦੀ ਪਈ ਆ, ਇਹ ਨਿਕਲਣੀ ਨਹੀਂ। ਮਹਾਰਾਜ ਕਹਿੰਦੇ ਬਿਨ ਸਤਿਗੁਰ ਬੂਝ ਨਾ ਪਾਈ, ਗੁਰੂ ਤੋਂ ਬਿਨਾਂ ਤੈਨੂੰ ਸਮਝ ਨਹੀਂ ਲੱਗਣੀ ਇਸ ਗੱਲ ਦੀ ਵੀ ਮੈਂ ਜੋ ਕੁਝ ਇਕੱਠਾ ਕਰ ਰਿਹਾ ਕੂੜ ਕਵਾੜ ਹੈ, ਬਿਨ ਨਾਵੈ ਸਭ ਕੂੜ, ਗੱਲ ਹੀ ਹੋਸ਼ੀਆਂ। ਇਉਂ ਸਤਿਗੁਰ ਸੇਵੇ ਸੋ ਸੁਖ ਪਾਏ, ਆਖਰੀ ਪੰਕਤੀ 'ਚ ਕਹਿ ਰਹੇ ਸਤਿਗੁਰ ਸੇਵੇ ਸੋ ਸੁਖ ਪਾਏ। ਉਹੀ ਸੁਖ ਪਾ ਸਕਦਾ ਭਾਈ ਜਿਹੜਾ ਗੁਰੂ ਦੀ ਸੇਵਾ ਵਿੱਚ ਲੱਗਦਾ ਹੈ। ਜਿਸ ਨੂੰ ਕਿਰਪਾ ਕਰੀ ਰਜਾਈ, ਜੀ 'ਤੇ ਕਿਰਪਾ ਕਰੇ, ਆਪਣੀ ਰਜਾ ਵਿੱਚ ਲੈ ਆਵੇ, ਆਪਣਾ ਨਾਮ ਹਿਰਦੇ ਵਿੱਚ ਵਸਾ ਦੇਵੇ, ਗੁਰੂ ਵਾਲਾ ਬਣ ਜਾਏ ਅਤੇ ਉਹਨੂੰ ਸੋਝੀ ਲੱਗਦੀ ਹੈ, ਉਹਦੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਉਂ ਗੁਰੂ ਜੀ ਨੇ ਇਸ 20ਵੀਂ ਪੌੜੀ ਅਤੇ ਸਲੋਕਾਂ ਵਿੱਚ ਬਖਸ਼ਿਸ਼ ਕੀਤੀ। ਇੱਥੇ ਹੀ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਦੂਜਾ ਸਭ ਕੋ ਲੱਗ ਵਿਗੁਤਾ, ਬਿਨ ਸਤਿਗੁਰ ਬੂਝ ਨਾ ਪਾਈ। ਸਤਿਗੁਰ ਸੇਵੇ ਸੋ ਸੁਖ ਪਾਏ, ਜਿਸਨੋਂ ਕਿਰਪਾ ਕਰੇ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।